ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ। ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜ ਦਾ ਵਿਚਾਰ ਪੇਸ਼ ਕਰਨਾ ਹੋ ਚੱਲਿਆ ਵੇਲਾ। ਹਰ ਰੋਜ਼ ਦੀ ਤਰ੍ਹਾਂ ਹੀ ਹਰਮਨਥਨ ਜੀ ਨਾਲ ਨੇ। ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ, ਫਿਰ ਕਰਾਂਗੇ ਅਗਲੀ ਗੱਲਬਾਤ। ਸਤਿ ਸ਼੍ਰੀ ਅਕਾਲ ਟੈਣਾ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ। ਜ਼ਿੰਦਗੀ ਜ਼ਿੰਦਾਬਾਦ। ਕੀ ਹੋਇਆ? ਕਦੇ ਫਤਿਹ ਬੁਲਾਉਣ ਦੇ ਲਈ ਕੋਈ ਹੱਥ ਜੋੜ ਲਿਆ ਕਰੋ, ਮੈਨੂੰ ਵੀ ਸਾਡੇ ਪਰਿਵਾਰਕ ਜੀਆਂ ਨੂੰ, ਭੈਣਾਂ ਵੀਰਾਂ ਨੂੰ। ਕੀ ਹਾਲ ਚਾਲ ਨੇ? ਮੇਰੇ ਹੱਥ ਵਿੱਚ ਕਿਉਂ ਕਾਰਡ ਫੜਿਆ? ਕੋਈ ਗੱਲ ਨਹੀਂ, ਤਾਂ ਕਰਕੇ ਨਹੀਂ ਹੱਥ ਜੋੜੇ। ਠੀਕ ਆ, ਮਾਫੀ ਚਾਹੁੰਦੀ ਆ। ਕੋਈ ਗੱਲ ਨਹੀਂ। ਹੋਰ ਸੁਣਾਓ? ਸਤਕਾਰ ਦਿਲ 'ਚ ਹੋਣਾ ਚਾਹੀਦਾ ਹੈ। ਵੈਸੇ ਤਾਂ ਹੱਥ ਕਈ ਜੋੜ ਜਾਂਦੇ ਨੇ, ਠੀਕ ਆ। ਇਹ ਦਿਲ 'ਚ ਜੇ ਸਤਕਾਰ ਨਹੀਂ ਤਾਂ ਜੋੜੇ ਹੋਏ ਹੱਥਾਂ ਦਾ ਵੀ ਕੋਈ ਫਾਇਦਾ ਨਹੀਂ। ਇੱਕ ਗੱਲ ਕਹਾਂ, ਮੈਂ ਬਿਲਕੁਲ ਨਹੀਂ ਪ੍ਰਭਾਵਿਤ ਹੋਇਆ ਇਸ ਗੱਲ ਤੋਂ। ਚਲੋ ਕੋਈ ਗੱਲ ਨਹੀਂ। ਹੋਰ ਸੁਣਾਓ, ਕਿਵੇਂ ਹੋ? ਬਹੁਤ ਵਧੀਆ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਜ਼ਿੰਦਾਬਾਦ ਆ, ਟਣਾ ਟਣਾ ਚੜ੍ਹਦੀ ਕਲਾ। ਪਰ ਨਾ ਮੇਰਾ ਮੋਢੇ ਜੇ ਦੁਖਦੇ ਰਹਿੰਦੇ ਆ, 2-3 ਦਿਨ ਹੋ ਗਏ। ਆ ਮੋਢੇ ਜੇ ਇੱਥੋਂ ਜੇ ਨਾ ਥੱਕੇ ਜੇ, ਥੋੜੀ ਜਿਹੀ ਭੀੜ ਜੀ ਐ ਹੁੰਦੀ ਆ। ਕਾਫੀ ਦੇ ਕਿੰਨੇ ਕੱਪ ਪੀਂਦੇ ਹੋ? 3। ਸੱਚੋ ਸੱਚ ਵਾਲੇ, ਇਹ ਕਾਗਜ਼ੀ ਨਹੀਂ। ਬਲੈਕ ਕਾਫੀ 3 ਕੱਪ। ਡਾਣਾ ਸਾਹਿਬ, ਕਾਗਜ਼ਾਂ 'ਚ ਜਿਹੜੇ ਦਰਜ ਨੇ ਉਹ ਨਹੀਂ, ਸੱਚੋ ਸੱਚ ਵਾਲੇ। ਸੱਚੀ ਮੁੱਚੀ ਕਹਿਣਾ। ਅੱਛਾ ਜੀ। ਹਾਂ। ਪਹਿਲਾਂ ਕਿੰਨੇ ਪੀਂਦੇ ਸੀ? ਪਹਿਲਾਂ 5। ਸੱਚੀ ਮੁੱਚੀ ਵਾਲੇ ਜੀ। ਪਤਾ ਨਹੀਂ ਖੈਰ ਕੀ ਕਾਰਨ ਹੋਊਗਾ ਇਹਦਾ, ਕਿਉਂ ਦੁਖਦੇ ਨੇ, ਪਰ ਤੁਹਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ। ਬਿਲਕੁਲ ਜੀ, ਸਭ ਨੂੰ ਹੀ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ। ਪਰ ਮੌਸਮ ਆ ਜਿਹੜਾ ਉਹ ਪੰਜਾਬ ਦਾ ਅੱਜ ਬੱਦਲਵਾਈ ਵਾਲਾ। ਕਈ ਥਾਵਾਂ ਤੇ ਜਲੰਧਰ ਦੇ ਵਿੱਚ ਇਸ ਵੇਲੇ ਜਦੋਂ ਅਸੀਂ ਇਸ ਪ੍ਰੋਗਰਾਮ ਦੀ ਸਾਂਝ ਪਾ ਰਹੇ ਹਾਂ ਤੇ ਗਰਮੀ ਕਾਫੀ ਹੈ ਜੀ। ਬਾਹਰ ਕਾਫੀ ਗਰਮੀ ਹੈ। ਚਿਪ ਵਾਲਾ ਮੌਸਮ ਹੈ ਜੀ। ਦਮ ਘੋਟੂ ਜਿਹਾ ਮੌਸਮ ਹੈ, ਕੜਿੱਲ ਕੱਢ ਜਿਹਾ ਮੌਸਮ ਹੈ ਤੇ ਕਈ ਥਾਵਾਂ ਤੇ ਬੱਦਲਵਾਈ ਹੈ ਤੇ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੋਇਆ। ਜੀ ਬਿਲਕੁਲ। ਇਹ ਮੀਂਹ ਪੈਂਦਾ ਕਿ ਨਹੀਂ, ਕਿੰਨਾ ਕੁ ਪੈਂਦਾ, ਕਿੱਥੇ ਪੈਂਦਾ, ਕਿਵੇਂ ਪੈਂਦਾ, ਸਮਾਂ ਦੱਸੂਗਾ। ਪਰ ਮੀਂਹ ਪੈਣਾ ਇਹ ਗੱਲ ਪੱਕੀ ਆ। ਜੀ ਬਿਲਕੁਲ, ਇਹ ਗੱਲ ਤੁਹਾਡੀ ਸਹੀ ਹੈ। ਪਰ ਟੈਣਾ ਸਾਹਿਬ, ਹਰ ਪਾਸੇ ਹੀ ਇਹ ਯੈਲੋ ਅਲਰਟ ਦੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਵੇਖਦੇ ਹਾਂ ਕੀ ਬਣਦਾ ਕੀ ਨਹੀਂ। ਬਾਕੀ ਚੱਜ ਦੇ ਵਿਚਾਰ ਵੱਲ ਨੂੰ ਵਧੀਏ। ਗੌਰ ਨਾਲ ਸੁਣਿਓ, ਹਿੰਦੀ ਦੇ ਵਿੱਚ ਚੱਜ ਦਾ ਵਿਚਾਰ ਆ ਜਿੱਤੇ ਬਾਕਮਾਲ ਚੱਜ ਦਾ ਵਿਚਾਰ ਆ। ਆਉਣ ਦਿਓ। ये जो शब्दों में इतना जहर लेकर आते हो, ये जो तुम शब्दों में इतना जहर लेकर आते हो, क्या नाश्ते में तुम सांप फ्राई करके खाते हो? क्या बात है टैना साहब, छा गए। हाँ, इउं ही आ कई लोग ਜਿਉਂ ਤੜਕੇ ਤੋਂ ਮੂੰਹ ਦੇ ਵਿੱਚੋਂ ਅੱਗ ਕੱਢਣ ਲੱਗਦੇ ਆ, ਇੰਨੀਆਂ ਜ਼ਹਿਰੀਲੀਆਂ ਗੱਲਾਂ ਕਰਦੇ ਆ, ਫਨੀਅਰ ਨਾਗ ਬਣ ਕੇ ਲੜਦੇ ਆ। ਤੇ ਚਿੱਤ ਕਰਦਾ ਵੀ ਉਹਨਾਂ ਨੂੰ ਕਹੇ ਵੀ ਤੂੰ ਤੜਕੇ ਉੱਠ ਕੇ ਇਹ ਭਾਈ ਸੱਪ ਫਰਾਈ ਕਰਕੇ ਖਾਣਾ। ਬਿਲਕੁਲ ਸਹੀ। ਕੋਈ ਸੈਂਡਵਿਚ ਦੇ ਵਿਚਾਲੇ ਸੱਪ ਰੱਖ ਲੈਣਾ। ਕੀ ਤੂੰ ਸੱਪਾਂ ਦਾ ਸੂਪ ਪੀ ਕੇ ਆਉਣਾ? ਬੋਲੀ ਜਾਣਾ ਰਹਿਣਾ, ਕੁਛ ਨਾ ਕੁਛ ਕਹੀ ਜਾਣਾ ਰਹਿਣਾ, ਜ਼ਹਿਰ ਘੋਲੀ ਜਾਣਾ ਰਹਿਣਾ, ਵਿਸ ਘੋਲੀ ਜਾਣਾ ਰਹਿਣਾ ਵੀ ਹਟ ਜਾ ਯਾਰ, ਹਟ ਜਾ। ਕਈ ਲੋਕ ਤਾਂ ਡੰਗ ਵੀ ਇਹੋ ਜਿਹਾ ਮਾਰਦੇ ਨੇ ਟੈਣਾ ਸਾਹਿਬ ਕਿ ਸੱਪ ਵੀ ਸ਼ਰਮਿੰਦੇ ਹੋ ਜਾਂਦੇ ਨੇ। ਹਾਂ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ, ਹੈ ਨਾ। ਅੱਜ ਕੱਲ ਬਹੁਤ ਤਰ੍ਹਾਂ ਦੀ ਦੁਨੀਆ ਹੈ ਆਲੇ ਦੁਆਲੇ। ਸੋ ਖੈਰ ਚਲੋ। ਉਹ ਨਹੀਂ ਕਹਿੰਦੇ ਵੀ ਇੱਕ ਵਾਰੀ ਕੋਈ ਸ਼ੇਰ ਸੀਗਾ ਜੀ, ਕਹਿੰਦੇ ਸੱਪਾਂ ਨੂੰ ਕੀਲ ਕੇ ਪਟਾਰੀ ਵਿੱਚ ਪਾ ਲਿਆ ਸਪੇਰੇ ਨੇ, ਕਿਉਂਕਿ ਸੱਪਾਂ ਨਾਲੋਂ ਵੱਧ ਡੰਗਣ ਵਾਲੇ ਹੋਰ ਬੜੇ ਫਿਰਦੇ ਸੀ। ਕੀ ਬਾਤ ਹੈ, ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ। ਕਹਿੰਦੇ ਕਿ ਜਿਹੜੇ ਭੂਤ ਪ੍ਰੇਤ ਆ ਉਹ ਵੀ ਸ਼ਰਮ ਦੇ ਨਾਲ ਕਿਤੇ ਹੋਰ ਹੀ ਭੱਜ ਗਏ, ਕਿਉਂਕਿ ਅੱਜ ਕੱਲ ਕਈ ਲੋਕ ਹੀ ਭੂਤਾਂ ਵਰਗੇ ਨੇ। ਹਾਂ ਹੈ ਗੱਲਬਾਤ। ਇਹ ਕਹੋ ਵੀ ਭੂਤ ਪ੍ਰੇਤ ਖੁਦਕੁਸ਼ੀ ਕਰ ਗਏ। ਸਹੀ ਗੱਲ ਹੈ ਟੈਣਾ ਸਾਹਿਬ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ, ਇਹ ਵੀ ਹਿੰਦੀ ਦੇ ਵਿੱਚ ਹੈ ਟੈਣਾ ਸਾਹਿਬ, ਧਿਆਨ ਨਾਲ ਸੁਣਿਓ। कहते नोट होते तो बदलवा लेता बैंक में जाके। बिल्कुल सही बात है, जैसे कि 30 सितंबर तक 2-2 हज़ार के। बिल्कुल, नोट होते तो बदलवा लेता बैंक में जाकर। हाँ। कुछ अपने बदल गए तो इन्हें कहाँ बदलवाऊं? वाह वाह वाह, ये जो अपने बदल गए। हाँ। ये तो 13 रुपए किलो भी नहीं बिकते। हाँ। ये तो किसी काम के भी नहीं। क्या बात है, ये तो चौरे निकले। हाँ। ये ताजा ताजा हिंदी शब्द आया, चौरे निकले। इतने गंदे निकले। हाँ। बदतमीज निकले। क्या बात है। हाँ। बिल्कुल सही है। और सुनाओ टैना साहब। बढ़िया। भाई मौसम का सच्ची नहीं पता लगता। सवेरे ਬੱਦਲ ਹੋ ਜਾਂਦੇ ਆ, ਥੋੜੀ ਦੇਰ ਬਾਅਦ ਬਿਲਕੁਲ ਤਿੱਖੀ ਧੁੱਪ ਹੋ ਜਾਂਦੀ ਹੈ, ਉਸ ਵਾਰ ਇੱਕਦਮ ਹੁੰਮ ਜਿਹਾ ਹੋ ਜਾਂਦਾ ਹੈ। ਪਤਾ ਲੱਗਦਾ ਵੀ ਗਵਾਂਢ ਦੇ ਪਿੰਡ ਦੇ ਵਿੱਚ ਮੀਂਹ ਪੈ ਗਿਆ ਤੇ ਆਪਣੇ ਪਿੰਡ 'ਚ ਮੀਂਹ ਹੀ ਨਹੀਂ ਪਿਆ, ਜਾਂ ਸ਼ਹਿਰ 'ਚ ਮੀਂਹ ਪੈ ਗਿਆ ਤੇ ਪਿੰਡ ਤਾਈਂ ਮੀਂਹ ਪਹੁੰਚਿਆ ਹੀ ਨਹੀਂ। ਪਤਾ ਨਹੀਂ ਕੀ ਕੁਝ ਹੋਈ ਜਾਂਦਾ। ਬਿਲਕੁਲ ਸਹੀ ਗੱਲ ਆ। ਪਰ ਇੱਕ ਚੱਜ ਦਾ ਵਿਚਾਰ ਮੈਨੂੰ ਹੋਰ ਆਇਆ, ਸੁਣਾ ਦਿਓ। ਉਹ ਇਹ ਆ ਕਿ ਜੇਕਰ ਜ਼ਿੰਦਗੀ ਦੇ ਵਿੱਚ ਬਣਨਾ ਤਾਂ ਪਾਣੀ ਵਰਗੇ ਬਣੋ। ਕੀ ਬਾਤ ਹੈ। ਜੇ ਜ਼ਿੰਦਗੀ ਦੇ ਵਿੱਚ ਬਣਨਾ ਤਾਂ ਫਿਰ ਪਾਣੀ ਵਰਗੇ ਬਣੋ, ਜਿਹੜਾ ਆਪਣਾ ਰਾਹ ਆਪੇ ਬਣਾਉਂਦਾ, ਜਿੱਧਰ ਨੂੰ ਜਾਂਦਾ ਰਾਹ ਬਣਾਉਂਦਾ ਜਾਂਦਾ। ਪੱਥਰ ਵਰਗੇ ਨਾ ਬਣੋ ਜਿਹੜਾ ਦੂਜੇ ਦਾ ਰਾਹ ਵੀ ਰੋਕ ਲੈਂਦਾ। ਕੀ ਬਾਤ ਹੈ। ਪਾਣੀ ਵਰਗੇ ਬਣੋ। ਹਾਂ।
ਬਸ ਗੱਲ ਇੰਨੀ ਹੈ। ਇੱਕ ਚੱਜ ਦਾ ਵਿਚਾਰ ਮੈਂ ਵੀ ਸੁਣਾਵਾਂ। ਆਉਣ ਦਿਓ। ਕਹਿੰਦੇ ਜ਼ਿੰਦਗੀ ਦੇ ਵਿੱਚ ਸਫਲ ਹੋਣ ਦੇ ਲਈ ਤੁਹਾਡੀ ਦਿਸ਼ਾ ਮਾਇਨੇ ਰੱਖਦੀ ਹੈ, ਰਫ਼ਤਾਰ ਨਹੀਂ। ਬਿਲਕੁਲ ਸਹੀ ਗੱਲ ਆ। ਹਾਂ, ਤੁਸੀਂ ਹੌਲੀ ਹੌਲੀ ਵੀ ਉਸ ਮੰਜ਼ਿਲ ਤੇ ਪਹੁੰਚ ਸਕਦੇ ਹੋ ਜੀ, ਭੱਜ ਕੇ ਵੀ ਪਹੁੰਚ ਸਕਦੇ ਹੋ, ਪਰ ਤੁਹਾਡੀ ਮੰਜ਼ਿਲ, ਤੁਹਾਡੀ ਨਿਸ਼ਾਨਾ, ਇਹ ਤਾਂ ਮਿੱਥਿਆ ਤਾਂ ਹੋਵੇ ਨਾ, ਤੁਹਾਡਾ ਨਿਸ਼ਾਨਾ ਕਿਹੜਾ, ਤੁਹਾਡੀ ਮੰਜ਼ਿਲ ਕਿਹੜੀ ਆ। ਜੇ ਤੁਹਾਡਾ ਨਿਸ਼ਾਨਾ ਹੀ ਕੋਈ ਨਹੀਂ ਤੇ ਫਿਰ ਤਾਂ ਹਵਾ 'ਚ ਡਾਂਗ ਆਈਆਂ, ਜਿੱਥੇ ਮਰਜ਼ੀ ਮਾਰੀ ਚੱਲੋ। ਨਾਲੇ ਜੇ ਗਲਤ ਦਿਸ਼ਾ ਦੇ ਵਿੱਚ ਤੁਸੀਂ ਤੇਜ਼ ਰਫ਼ਤਾਰ ਦੇ ਨਾਲ ਭੱਜੀ ਜਾ ਰਹੇ ਹੋ ਤਾਂ ਉਹਦਾ ਕੀ ਫਾਇਦਾ। ਹਾਂ, ਦਿਸ਼ਾ ਸਹੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਰਫ਼ਤਾਰ ਤਾਂ ਬਾਅਦ ਦੀ ਗੱਲ ਹੁੰਦੀ। ਬਿਲਕੁਲ। ਇਹਦੇ ਤੇ ਨਾ ਇੱਕ ਚੁਟਕਲਾ ਵੀ ਆਇਆ ਸੀ, ਕੀ? ਕਹਿੰਦੇ ਵੀ ਦੇਖੋ ਦੁਨੀਆ ਗੋਲ ਆ, ਕਹਿੰਦਾ ਮੈਂ ਇਸੇ ਕਰਕੇ ਕਿਸੇ ਪਾਸੇ ਨੂੰ ਜਾਂਦਾ ਨਹੀਂ ਵੀ ਘੁੰਮ ਕੇ ਮੈਂ ਉੱਥੇ ਹੀ ਤਾਂ ਆ ਜਾਣਾ। ਕਹਿੰਦਾ ਮੈਂ ਇੱਥੇ ਆਪਦੇ ਪਿੰਡ ਬੈਠਾ, ਜਿੱਦੇ ਘੁੰਮ ਕੇ ਮੇਰੇ ਕੋਲ ਦੀ ਆਸਟ੍ਰੇਲੀਆ ਲੰਘਣ ਲੱਗਾ, ਮੈਂ ਮੰਜੇ ਤੋਂ ਛਾਲ ਮਾਰ ਕੇ ਉਧਰਲੇ ਪਾਸੇ ਹੋ ਜਾਣਾ। ਕੀ ਬਾਤ ਹੈ। ਇਹ ਨਹੀਂ ਪਤਾ ਵੀ ਤੇਰਾ ਮੰਜਾ ਵੀ ਤਾਂ ਕਿਤੇ ਹੋਰ ਜਾਊ। ਜੇ ਐ ਕਿਤੇ ਮਤਲਬ ਹੁੰਦਾ ਨਾ ਤੇ ਉਹਨੂੰ ਕਈ ਛਾਲਾਂ ਮਾਰ ਕੇ ਕਿਤੇ ਨਾ ਕਿਤੇ ਪਹੁੰਚੇ ਹੋਣੇ। ਸਹੀ ਗੱਲ ਆ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਟਾਣਾ ਸਾਹਿਬ, ਤੁਸੀਂ ਮੌਸਮ ਦੀ ਗੱਲ ਕੀਤੀ ਸੀ ਤੇ ਇਹ ਮੌਸਮ ਜਿਹੜਾ ਭਾਵੇਂ ਚਿਪਚਿਪ ਵਾਲਾ ਹੈ, ਭਾਵੇਂ ਬਹੁਤ ਜ਼ਿਆਦਾ ਗਰਮੀ ਵਾਲਾ ਹੈ, ਪਰ ਅਕਸਰ ਇਸ ਮੌਸਮ ਦੇ ਵਿੱਚ ਨਾ ਬਹੁਤ ਸਾਰੇ ਲੋਕ ਜਿਹੜੇ ਉਹ ਪਹਾੜਾਂ ਦੇ ਵਿੱਚ ਜਾਂਦੇ ਨੇ। ਸ਼ਿਮਲੇ ਜਾਂਦੇ ਹੁੰਦੇ ਆ, ਸ਼ਿਮਲੇ ਜਾਂਦੇ ਆ, ਡਲਹੌਜ਼ੀ ਜਾਂਦੇ ਆ, ਜੀ, ਠੰਡੀਆਂ ਕੁੱਲੂ ਮਨਾਲੀ ਜਾਂਦੇ ਆ, ਹਾਂ, ਲਾਹੌਰ ਸਪੀਤੀ ਜਾਂਦੇ ਆ, ਹੋਰ ਵੱਖ-ਵੱਖ ਥਾਵਾਂ ਤੇ ਜਾਂਦੇ ਆ ਲੋਕ। ਆਪਦੇ ਨਿਆਣਿਆਂ ਸਮੇਤ ਜਾਂਦੇ ਨੇ ਜਦੋਂ, ਉੱਥੇ ਹੋਟਲ ਦਾ ਕਮਰਾ ਨਹੀਂ ਲੱਭਦਾ, ਫਿਰ ਸਿਫਾਰਸ਼ਾਂ ਪਾਉਣੀਆਂ ਪੈਂਦੀਆਂ। ਜਿਹੜਾ ਹੋਟਲ ਦਾ ਨਿੱਕਾ ਜਿਹਾ ਕਮਰਾ ਦੁੱਗਣੇ ਤਿੱਗਣੇ ਭਾਅ ਤੇ ਮਿਲਦਾ, ਉਹ ਵੀ ਅੱਗੋਂ ਕਹਿੰਦੇ ਵੀ ਭਾਈ ਆਹੀ 4 ਦਿਨ ਸਾਡੇ ਕੋਲੇ ਕਮਾਉਂਦੇ ਆ, ਤੇ ਬਾਅਦ ਵਿੱਚ ਤੁਸੀਂ ਇੱਥੇ ਕਾਹਦਾ ਆਉਣਾ, ਤੁਹਾਡਾ ਕਿਹੜਾ ਇੱਥੇ ਕੋਈ ਪੱਕਾ ਟਿਕਾਣਾ, ਤੁਸੀਂ ਕਦੇ ਮਨ ਮਸਤੀ ਦੇ ਲਈ ਆਏ ਹੋ, ਫਿਰ ਤੁਸੀਂ ਆਓਗੇ ਥੋੜੀ। ਤੇ ਵੈਸੇ ਵੀ ਆਪਾਂ ਜਾਣਦੇ ਵੀ ਹਿਮਾਚਲ ਪ੍ਰਦੇਸ਼ ਸੈਰ ਸਪਾਟੇ ਕਰਕੇ ਬਚਿਆ। ਤੇ ਵੈਸੇ ਵੀ ਟਾਣਾ ਸਾਹਿਬ, ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਹੁਣ ਮੁੱਕ ਚੁੱਕੀਆਂ ਨੇ, ਹਨਾ, ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਤੱਕ ਇਹਨੇ ਉਧਰ ਨੂੰ ਜਾਣਾ। ਇਹ ਜਦੋਂ ਨਿਆਣਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਉਦੋਂ ਹੀ ਚਾਅ ਜਿਹਾ ਚੜਦਾ ਵੀ ਚੱਲ ਬੱਚਿਆਂ ਨੂੰ 4 ਦਿਨ ਉਧਰ ਘੁਮਾ ਲਿਆਉਂਦੇ ਆ, ਚਲੋ 4 ਦਿਨ ਆਪਾਂ ਉਧਰ ਘੁੰਮ ਆਉਂਦੇ ਆ, ਗਰਮੀ ਬਹੁਤ ਜ਼ਿਆਦਾ ਹੈ। ਔਰ ਇਹੀ ਕਾਰਨ ਹੈ ਕਿ ਪਹਿਲਾਂ ਜਿੱਥੇ 99% ਹੋਟਲ ਜਿਹੜੇ ਆ ਉਹ ਬੁੱਕ ਸੀਗੇ, ਉਹ ਉੱਥੇ ਹੀ ਹੁਣ ਉਹ ਸਿਰਫ 2 ਤੋਂ 3% ਜਿਹੜੇ ਉਹ ਬੁੱਕ ਰਹਿ ਗਏ ਨੇ। ਬਿਲਕੁਲ ਸਹੀ। ਇਹ ਤਾਂ ਹੋਗੀ ਜਾਣਕਾਰੀ, ਪਰ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ। ਆਪਾਂ ਨੂੰ ਸਾਰਿਆਂ ਨੂੰ ਹਰਾ ਹਰਾ ਘਾਹ ਚੰਗਾ ਲੱਗਦਾ, ਬਹੁਤ ਚੰਗਾ ਲੱਗਦਾ, ਦਰਖਤ ਬੜੇ ਪਿਆਰੇ ਲੱਗਦੇ ਆ, ਬਹੁਤ ਪਿਆਰੇ। ਆਪਾਂ ਕਹਿੰਦੇ ਕਿੰਨਾ ਅੱਛਾ ਦਰਖਤ ਹੈ ਇਹ, ਹਾਂ, ਕਿੰਨਾ ਅੱਛਾ, ਕਿੰਨਾ ਮੋਟਾ ਦਰਖਤ ਹੈ ਇਹ, ਹਾਂ, ਕਿੰਨਾ ਕਣਛਾਵਾਂ ਦਰਖਤ ਹੈ ਇਹ। ਦੇਖੋ ਚਿੜੀਆਂ ਕਿਵੇਂ ਚੀਂ 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 ਕਰਦੀਆਂ, ਐ ਕੁਦਰਤ ਜਿਹੜੀ ਕਲੋਲਾਂ ਕਰਦੀ ਆ, ਗਲਵਕੜੀ ਦੇ ਵਿੱਚ ਲੈਂਦੀ ਆ। ਕਹਿੰਦੇ ਪਹਾੜ ਕਿੰਨੇ ਪਿਆਰੇ ਹਨ, ਤੇ ਪਹਾੜ ਰਹਿਣ ਦਿੱਤੇ। ਆਪਾਂ ਇੱਥੇ ਲਾ ਕੰਪਿਊਟਰ ਕਰਾਇਆ, ਚੰਗੇ ਭਲੇ ਵਾਹਣ ਦੇ ਵਿੱਚ ਵੀ ਕਈ ਬੰਦੇ ਕਰੀ ਜਾਣਗੇ ਅੱਜ ਖੇਤ 'ਚ ਫੇਰ ਕੰਪਿਊਟਰ ਕਰਾਇਆ ਲਾਉਣਾ, ਤੇ ਮੈਂ ਕਹਿੰਦਾ 6 ਮਹੀਨੇ ਪਹਿਲਾਂ ਲਾਇਆ ਤਾਂ ਸੀਗਾ। ਇੱਥੇ ਦੱਸੋ ਵੀ ਕਿਹੜਾ ਤੁਸੀਂ ਆ ਕੇ ਸੀਐਨ ਟਾਵਰ ਲਾ ਲਿਆ ਸੀਗਾ ਵੀ ਭਾਈ ਮਿੱਟੀ ਇਕੱਠੀ ਕਰਨੀ ਪੈ ਗਈ ਸੀ। ਚੰਗਾ ਭਲਾ ਉਹ ਪੱਧਰਾ ਵੀ ਆਪ ਮੋਟਰ ਛੱਡ ਕੇ ਕਾਲੀ ਕਾਲੀ ਘਰੇ ਜਾਣਾ, ਰੌਲਾ ਤਾਂ ਇਹ ਆ। ਬਿਲਕੁਲ ਸਹੀ ਗੱਲ ਹੈ। ਪਰ ਟਾਣਾ ਸਾਹਿਬ, ਆਪਾਂ ਜਿਹੜੀ ਹਿਮਾਚਲ ਦੇ ਹੋਟਲਾਂ ਦੀ ਗੱਲ ਕਰ ਰਹੇ ਸੀ, ਇਹ ਅਸਲ ਦੇ ਵਿੱਚ ਹੋਟਲ ਆ ਜਿਹੜੇ ਉਹ ਬਿਲਕੁਲ ਬੁੱਕ ਸੀ। 98-99% ਦੀ ਬੁਕਿੰਗ ਸੀ ਜਨਵਰੀ ਤੋਂ ਲੈ ਕੇ, ਇਸੇ ਸਾਲ ਜਨਵਰੀ 2023 ਤੋਂ ਲੈ ਕੇ ਤੇ ਜੂਨ ਮਹੀਨੇ ਤੱਕ, ਯਾਨੀ ਕਿ ਇਹਨਾਂ 5-6 ਮਹੀਨਿਆਂ ਦੇ ਵਿੱਚ ਉੱਥੇ ਬਹੁਤ ਲੋਕ ਗਏ। ਲਗਭਗ 1 ਕਰੋੜ ਲੋਕਾਂ ਨੇ ਹਿਮਾਚਲ ਪ੍ਰਦੇਸ਼ ਦੇ ਵੱਲ ਪੈਰ ਕੀਤਾ। ਜੀ ਬਿਲਕੁਲ। ਉੱਥੋਂ ਦੇ ਹੋਟਲਾਂ ਦੇ ਵਿੱਚ ਰਹੇ, ਉੱਥੇ ਖਾਧਾ ਪੀਤਾ, ਤੇ ਹੋਟਲ ਕਾਰੋਬਾਰ ਦੀ ਬੱਲੇ ਬੱਲੇ ਹੋ ਗਈ ਜੀ। ਪਰ ਜੁਲਾਈ ਮਹੀਨੇ ਦੇ ਵਿੱਚ ਆਪਾਂ ਜਾਣਦੇ ਵੀ ਹੜ੍ਹਾਂ ਦੀ ਸਥਿਤੀ ਬਣ ਗਈ, ਮੀਂਹ ਬਹੁਤ ਪਏ, ਢਿੱਗਾਂ ਡਿੱਗਣ ਲੱਗ ਪਈਆਂ, ਉੱਥੇ ਸਾਰਾ ਕੁਝ ਨੁਕਸਾਨਿਆ ਗਿਆ, ਤੇ ਹੁਣ ਉੱਥੇ ਸਿਰਫ 2 ਤੋਂ ਲੈ ਕੇ 3-4% ਤੱਕ ਹੋਟਲ ਬੁੱਕ ਆ। ਕਾਰੋਬਾਰੀ ਲੋਕ ਜਿਹੜੇ ਹੋਟਲ ਦੇ ਧੰਦੇ ਨਾਲ ਜੁੜੇ ਲੋਕ ਆ, ਉਹ ਇਹ ਗੱਲ ਕਹਿੰਦੇ ਵੀ ਐਤਕੀ ਮੰਦਾ ਬਹੁਤ ਆ ਗਿਆ, ਤੇ ਜਿੰਨੀਆਂ ਕੁ ਜ਼ਮੀਨਾਂ ਇੱਥੇ ਖੁਰ ਗਈਆਂ, ਜਿੰਨੀ ਕਿ ਇੱਥੇ ਲੈਂਡ ਸਲਾਈਡਿੰਗ ਜਿਹੜੀ ਕਿ ਢਿੱਗਾਂ ਡਿੱਗ ਰਹੀਆਂ, ਉਹਦੇ ਕਰਕੇ ਆਉਂਦੇ ਕਈ ਸਾਲਾਂ ਤੱਕ ਸਾਡਾ ਕਾਰੋਬਾਰ ਇਹ ਪ੍ਰਭਾਵਿਤ ਰਹਿਣਾ ਜੀ। ਬਿਲਕੁਲ ਸਹੀ। ਕੱਲੇ ਜੂਨ ਮਹੀਨੇ ਦੇ ਵਿੱਚ ਹੀ 35 ਲੱਖ ਦੇ ਨੇੜੇ ਜਿਹੜੇ ਲੋਕ ਆ ਉੱਥੇ ਗਏ ਟਾਣਾ ਸਾਹਿਬ। ਤੇ ਤੁਸੀਂ ਵੇਖੋ ਕਿ ਇੱਕਦਮ ਹੀ ਇਸ ਤਰੀਕੇ ਨਾਲ ਕਾਰੋਬਾਰ ਦੇ ਵਿੱਚ ਗਿਰਾਵਟ ਆ ਜਾਣੀ, ਇੱਕਦਮ ਹੀ, ਕਿਉਂਕਿ ਜੁਲਾਈ ਅੰਤ ਤੱਕ ਥੋੜੀ ਜੀ ਆਸ ਹੁੰਦੀ ਹੈ ਇਹਨਾਂ ਕਾਰੋਬਾਰੀਆਂ ਨੂੰ ਕਿ ਚਲੋ ਥੋੜਾ ਬਹੁਤਾ ਚੰਗਾ ਜਿਹੜਾ ਸਮਾਂ ਉਹ ਚੱਲਦਾ ਰਹੂਗਾ, ਅਗਸਤ ਤੱਕ ਵੀ ਥੋੜੀ ਜੀ ਆਸ ਹੁੰਦੀ ਹੈ। ਪਰ ਇਹ ਸਾਰਾ ਮਾਹੌਲ ਬਦਲਣ ਦਾ ਕਰਕੇ ਹੁਣ ਇੱਕਦਮ ਹੀ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਬੰਦ ਹੋ ਗਿਆ, ਉਹਦੇ ਨਾਲ ਕਹਿੰਦੇ ਨੁਕਸਾਨ ਬਹੁਤ ਜ਼ਿਆਦਾ। ਬਿਲਕੁਲ ਜੀ। ਦੇਖੋ ਜਿਹੜਾ ਕਿੱਤਾ ਜਿਹੜੇ ਨਾਲ ਕੰਮ ਨਾਲ ਜੁੜਿਆ, ਤੇ ਉਹਨੇ ਤਾਂ ਭਾਈ ਉਸ ਗੱਲ ਤੇ ਚਿੰਤਾ ਪ੍ਰਗਟਾਉਣੀ ਹੈ। ਜੇ ਮੰਨ ਲਓ ਅੱਜ ਜੁਲਾਈ ਅਗਸਤ ਦੇ ਮਹੀਨੇ ਦੇ ਵਿੱਚ ਵੀ ਸਾਰਾ ਕੁਝ ਠੀਕ ਰਹਿੰਦਾ, ਗਰਮੀ ਹੀ ਰਹਿੰਦੀ ਮੰਨ ਲਓ ਜਿਵੇਂ ਪਹਿਲਾਂ ਰਹਿੰਦੀ ਹੁੰਦੀ ਆ, ਤੇ ਫਿਰ ਭਾਈ ਉੱਥੇ ਲੋਕਾਂ ਨੇ ਹੋਰ ਵੀ ਜਾਣਾ ਸੀ ਜੀ। ਚਲੋ ਬਹੁਤਾ ਨਹੀਂ ਤਾਂ ਸ਼ਨੀ ਐਤਵਾਰ ਨੂੰ ਤਾਂ ਲੋਕ ਉੱਥੇ ਜਾਂਦੇ ਹੀ ਜਾਂਦੇ ਵੱਧ ਤੋਂ ਵੱਧ, ਤੇ ਉਹਨਾਂ ਦਾ ਕਾਰੋਬਾਰ ਹੋਰ ਚਮਕਣਾ ਸੀ। ਜਿਹੜਾ ਬੰਦਾ ਉੱਥੇ ਜਾਊਗਾ, ਹੋਟਲ ਦੇ ਵਿੱਚ ਵੀ ਰਹੂਗਾ, ਰੋਟੀ ਪਾਣੀ ਵੀ ਖਾਊਗਾ, ਵੱਖ-ਵੱਖ ਥਾਵਾਂ ਤੇ ਜਾਣ ਦੀਆਂ ਟਿਕਟਾਂ ਵੀ ਲਊਗਾ, ਹੋਰ ਵੀ ਕਈ ਤਰ੍ਹਾਂ ਦੇ ਕੰਮ ਧੰਦੇ ਚਲਾਉਂਦਾ,
ਸੋ ਇਸ ਕਰਕੇ ਕੰਮਕਾਜ ਉੱਥੇ ਬੜੇ ਪ੍ਰਭਾਵਿਤ ਹੋ ਗਏ ਆ ਜੀ। ਪਰ ਇਹਦੇ ਨਾਲ ਹੀ ਇੱਕ ਇੱਥੇ ਗੱਲ ਕਰਨੀ ਜ਼ਰੂਰ ਬਣਦੀ ਹੈ, ਅਸੀਂ ਨਾ ਕਦੇ ਵੀ ਕਿਸੇ ਥਾਂ ਦੇ ਵੱਲ ਜਾਣ ਤੋਂ ਪਹਿਲਾਂ, ਬਹੁਤ ਘੱਟ ਲੋਕ ਨੇ ਜਿਹੜੇ ਉਸ ਥਾਂ ਦੇ ਬਾਬਤ ਪੂਰੀ ਜਾਣਕਾਰੀ ਹਾਸਲ ਕਰਕੇ ਫਿਰ ਉਧਰ ਨੂੰ ਵੱਧਦੇ ਨੇ ਵੀ ਉੱਥੇ ਮੌਸਮ ਕਿਹੋ ਜਿਹਾ ਹੈ, ਉੱਥੇ ਥਾਵਾਂ ਕਿਹੋ ਜਿਹੀਆਂ ਨੇ, ਤੁਹਾਨੂੰ ਰਹਿਣ ਨੂੰ ਜਗ੍ਹਾ ਮਿਲੂ ਕਿ ਨਹੀਂ ਮਿਲੂ, ਇਹਨਾਂ ਸਾਰੀਆਂ ਚੀਜ਼ਾਂ ਵੱਲ ਬਹੁਤ ਘੱਟ ਲੋਕ ਖਿਆਲ ਕਰਦੇ ਨੇ। ਸਾਰਿਆਂ ਨੂੰ ਇਹ ਖਿਆਲ ਕਰਨਾ ਚਾਹੀਦਾ। ਆਪਾਂ ਬਹੁਤ ਸਾਰੀਆਂ ਵੀਡੀਓਜ਼, ਬਹੁਤ ਸਾਰੀਆਂ ਤਸਵੀਰਾਂ ਵੇਖੀਆਂ ਟਾਣਾ ਸਾਹਿਬ, ਖਾਸ ਤੌਰ ਤੇ ਜਦੋਂ ਮੀਂਹ ਵਾਲਾ ਮੌਸਮ ਹੁੰਦਾ ਉਦੋਂ ਪਹਾੜੀ ਇਲਾਕਿਆਂ 'ਚ ਨਹੀਂ ਜਾਣਾ ਚਾਹੀਦਾ, ਕਿਉਂਕਿ ਟਿੱਗਾਂ ਡਿੱਗਦੀਆਂ ਨੇ, ਬਹੁਤ ਨੁਕਸਾਨ ਹੁੰਦਾ ਹੈ, ਹਰ ਸਾਲ ਹੁੰਦਾ ਹੈ। ਪਰ ਫਿਰ ਵੀ ਅਸੀਂ ਪਤਾ ਨਹੀਂ ਕਿਉਂ ਇਸ ਮੌਸਮ ਦੇ ਵਿੱਚ ਵੀ ਉਧਰ ਨੂੰ ਜਾਂਦੇ ਆ, ਜਿਹਦੇ ਕਰਕੇ ਤੁਸੀਂ ਵੇਖਿਆ ਉਹ ਵੀਡੀਓਜ਼ ਜਿਹਦੇ 'ਚ ਗੱਡੀਆਂ ਦੀਆਂ ਗੱਡੀਆਂ ਰੁੜ ਗਈਆਂ, ਜਿਹਦੇ 'ਚ ਜਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਮਾਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਜਿਹਦੇ ਵਿੱਚ ਤਾਂ ਮਤਲਬ ਉਹਨਾਂ ਵੀਡੀਓਜ਼ ਨੂੰ ਵੇਖ ਕੇ ਇੰਨਾ ਜ਼ਿਆਦਾ ਡਰ ਲੱਗਦਾ ਹੈ ਕਿ ਇਹਨਾਂ ਲੋਕਾਂ ਦਾ ਕੀ ਬਣਿਆ ਹੋਊਗਾ, ਹਨਾ। ਸੋ ਕਿਸੇ ਵੀ ਥਾਂ ਦੇ ਵੱਲ ਜਾਣ ਤੋਂ ਪਹਿਲਾਂ ਉਸ ਜਗ੍ਹਾ ਦੀ ਚੰਗੀ ਤਰ੍ਹਾਂ ਜਾਣਕਾਰੀ ਲੈ ਔਰ ਉੱਥੋਂ ਦੇ ਮੌਸਮ ਦੀ ਪੂਰੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਬਿਲਕੁਲ ਸਹੀ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਖਾਲਸਾ ਏਡ ਦੇ ਦਫ਼ਤਰ ਦੇ ਵਿੱਚ, ਪਟਿਆਲੇ ਵਾਲੇ ਦਫ਼ਤਰ ਦੇ ਵਿੱਚ NIA ਦੇ ਪਏ ਛਾਪੇ ਤੋਂ ਬਾਅਦ ਰਾਜਨੀਤੀ ਭਖ ਗਈ ਹੈ ਜੀ। ਲੋਕਾਂ ਦੇ ਵੱਡੇ ਹਿੱਸੇ ਨੇ ਹਰਮਨ ਜੀ ਇਸ ਗੱਲ ਦੇ ਉੱਤੇ ਇਤਰਾਜ਼ ਪ੍ਰਗਟਾਇਆ ਵੀ ਖਾਲਸਾ ਏਡ ਦਾ ਕਸੂਰ ਕੀ ਹੈ। ਲੰਡਨ ਦੇ ਵਿੱਚ ਜੇਕਰ ਹਾਈ ਕਮਿਸ਼ਨ ਦੇ ਉੱਤੇ ਹਮਲਾ ਹੋਇਆ, ਕੁਝ ਲੋਕਾਂ ਦੇ ਵੱਲੋਂ ਉੱਥੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਗਈਆਂ, ਉਹਦੇ ਕਰਕੇ ਜੇਕਰ ਪੰਜਾਬ ਤੇ ਹਰਿਆਣੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ, ਪਰ ਇਹਦਾ ਤਲਕ ਖਾਲਸਾ ਏਡ ਦੇ ਵੱਲੋਂ ਕੀਤੀ ਜਾ ਰਹੀ ਸੇਵਾ ਦੇ ਨਾਲ ਕੀ ਹੈ? ਬਿਲਕੁਲ ਸਹੀ। ਖਾਲਸਾ ਏਡ ਨੇ ਜਿੱਥੇ ਵੀ ਸੰਕਟ ਦੀ ਘੜੀ ਆਈ, ਜਦੋਂ ਵੀ ਸੰਕਟ ਦੀ ਘੜੀ ਆਈ, ਭਾਵੇਂ ਕਰੋਨਾ ਮਹਾਮਾਰੀ ਆ, ਭਾਵੇਂ ਹੜ੍ਹ ਆ, ਭਾਵੇਂ ਕਿਤੇ ਭੁਚਾਲ ਆ, ਭਾਵੇਂ ਕਿਸੇ ਹੋਰ ਦੇਸ਼ ਦੇ ਵਿੱਚ ਕੋਈ ਸਮੱਸਿਆ ਆਈ ਆ, ਉੱਥੇ ਜਾ ਕੇ ਪਹਿਲ ਦੇ ਆਧਾਰ ਤੇ ਲੰਗਰ ਲਾਇਆ, ਸਹੀ, ਕੱਪੜੇ ਮੁਹੱਈਆ ਕਰਵਾਏ, ਜੀ, ਦਵਾਈਆਂ ਦਿੱਤੀਆਂ, ਬੱਚਿਆਂ ਨੂੰ ਬਚਾਇਆ। ਤੇ ਤੁਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਛਾਪੇਮਾਰੀ ਕਰਦੇ ਹੋ, ਇਹਦੇ ਉੱਤੇ ਬਹੁਤ ਵੱਡੇ ਸਵਾਲ ਉੱਠਣ ਲੱਗ ਪਏ। ਤੇ ਇਹੀ ਸਵਾਲ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਮਿਤ ਸ਼ਾਹ ਦੇ ਕੋਲੇ ਜਾ ਕੇ ਚੁੱਕੇ ਆ ਜੀ। ਉਹਨਾਂ ਨੇ ਕਿਹਾ ਜੀ ਕਿ ਖਾਲਸਾ ਏਡ ਦੇ ਦਫ਼ਤਰ ਦੇ ਉੱਤੇ ਇਹ ਕਾਰਵਾਈ ਨਹੀਂ ਸੀ ਹੋਣੀ ਚਾਹੀਦੀ। ਉਹਨਾਂ ਦਾ ਕਸੂਰ ਕੀ ਆ? ਪਹਿਲੀ ਗੱਲ ਤਾਂ ਇਹ ਆ, ਉਹਨਾਂ ਨੇ ਕਰੋਨਾ ਮਹਾਮਾਰੀ 'ਚ ਕਿੰਨੀ ਸੇਵਾ ਕੀਤੀ ਆ। ਇਸ ਤਰੀਕੇ ਦੇ ਨਾਲ ਕਰਕੇ ਤੇ ਸਾਨੂੰ ਸਵਾਲ ਨਹੀਂ ਖੜੇ ਕਰਨੇ ਚਾਹੀਦੇ ਆਪਣੇ ਆਪ ਦੇ ਉੱਤੇ। ਇਦਾਂ ਦੀਆਂ ਗੱਲਾਂ ਹੋਣੀਆਂ ਨਹੀਂ ਚਾਹੀਦੀਆਂ ਜੀ। ਬਿਲਕੁਲ, ਲੋਕ ਵੀ ਇਹੀ ਗੱਲ ਕਹਿੰਦੇ ਨੇ ਟਾਣਾ ਸਾਹਿਬ, ਇੱਥੋਂ ਤੱਕ ਕਿ ਖਾਲਸਾ ਏਡ ਦਾ ਵੀ ਇਹੀ ਕਹਿਣਾ ਹੈ ਕਿ ਅਸੀਂ ਤਾਂ ਹੁਣ ਤੱਕ ਸੇਵਾ ਕਰਦੇ ਰਹੇ ਹਾਂ, ਜਿੱਥੇ ਵੀ ਕਿਤੇ ਲੋੜ ਪਈ ਹੈ ਸਭ ਤੋਂ ਪਹਿਲਾਂ ਖਾਲਸਾ ਏਡ ਉੱਥੇ ਪਹੁੰਚਦੀ ਰਹੀ ਹੈ। ਔਰ ਪੂਰੀ ਦੁਨੀਆ ਇਸ ਵੇਲੇ ਖਾਲਸਾ ਏਡ ਦਾ ਨਾਂ ਜਾਣਦੀ ਹੈ, ਪੂਰੀ ਦੁਨੀਆ ਇਸ ਵੇਲੇ ਖਾਲਸਾ ਏਡ ਦੇ ਵੱਲੋਂ ਕੀਤੇ ਜਾਂਦੇ ਕੰਮਾਂ ਦੇ ਬਾਬਤ ਜਾਣਦੀ ਹੈ। ਪਰ ਆਪਣੇ ਮੁਲਕ ਦੇ ਵਿੱਚ ਉਹਨਾਂ ਦੇ ਨਾਲ ਇਹੋ ਜਿਹਾ ਵਤੀਰਾ ਹੋਣਾ ਜਾਂ ਇਸ ਤਰੀਕੇ ਦੇ ਨਾਲ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਪਰ ਛਾਪੇਮਾਰੀ ਹੋਣਾ, ਇਹ ਬਹੁਤ ਹੀ ਜ਼ਿਆਦਾ ਗਲਤ ਚੀਜ਼ ਹੈ, ਇਹ ਨਹੀਂ ਹੋਣਾ ਚਾਹੀਦਾ। ਰਵੀ ਸਿੰਘ ਦੇ ਵੱਲੋਂ ਨਾ ਇੱਕ ਟਵੀਟ ਕਰਕੇ ਗੱਲ ਕਹੀ ਗਈ ਆ, ਉਹ ਕਹਿੰਦੇ ਕਤਲ ਕਰਨ ਵਾਲਿਆਂ ਦੇ ਘਰਾਂ ਵਿੱਚ ਵੀ ਛਾਪੇ ਤੇ ਸੇਵਾ ਕਰਨ ਵਾਲਿਆਂ ਦੇ ਘਰਾਂ ਵਿੱਚ ਵੀ ਛਾਪੇ। ਕਹੀਏ ਕੀ? ਛਾਪੇ ਕਈ ਲੋਕਾਂ ਦੇ ਘਰਾਂ 'ਚ ਪਏ ਆ ਜੀ, ਤੇ ਕਈ ਤਰ੍ਹਾਂ ਦੇ ਲੋਕਾਂ ਦੇ ਘਰਾਂ 'ਚ ਪਏ ਆ। ਇਸ ਕਰਕੇ ਉਹਨਾਂ ਨੇ ਤੁਲਨਾ ਵਾਲੀ ਗੱਲ ਕੀਤੀ ਵੀ ਸਾਡਾ ਕਸੂਰ ਇਸ ਮਾਮਲੇ ਦੇ ਵਿੱਚ ਕੀ ਆ। ਜੀ ਬਿਲਕੁਲ ਸਹੀ। ਪਰ ਇਹ ਆ ਵੀ ਉਹਨਾਂ ਨੇ ਕਿਹਾ, ਅਮਰਪ੍ਰੀਤ ਸਿੰਘ ਜਿਹੜੇ ਕਿ ਇੱਥੇ ਭਾਰਤ ਦੇ ਵਿੱਚ ਕੰਮਕਾਜ ਦੇਖਦੇ ਖਾਲਸਾ ਏਡ ਦਾ, ਉਹਨਾਂ ਨੇ ਕਿਹਾ ਜੀ ਕਿ ਮੇਰੇ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਆ। NIA ਜਦੋਂ ਵੀ ਤੇ ਜਿੰਨੀ ਵੀ ਕਿਸੇ ਵੀ ਚੀਜ਼ ਦੇ ਮੁਤਲਕ ਸਾਡੇ ਕੋਲੋਂ ਪੁੱਛਗਿੱਛ ਕਰਨੀ ਚਾਹੁੰਦੀ ਆ, ਅਸੀਂ ਹਮੇਸ਼ਾ ਹਾਜ਼ਰ ਹਾਂ। ਮੇਰੇ ਕੋਲੋਂ ਜਿੰਨੀ ਵਾਰ ਮਰਜ਼ੀ ਪੁੱਛਗਿੱਛ ਕਰ ਲਈ ਜਾਵੇ, ਕਿਉਂਕਿ ਸਾਡੇ ਕੋਲੇ ਲੁਕਾਉਣ ਨੂੰ ਕੁਝ ਹੈ ਨਹੀਂਗਾ। ਅਸੀਂ ਕੰਮ ਕਰਨਾ, ਨਾ ਤਾਂ ਅਸੀਂ ਇਹ ਦੇਖਣਾ ਵੀ ਭਾਈ ਇਹ ਸਿੱਖ ਆ, ਨਾ ਹਿੰਦੂ ਆ, ਨਾ ਮੁਸਲਮਾਨ ਆ। ਜਿੰਨੀ ਕਿ ਸਾਡੇ ਕੋਲੇ ਸੋਚ ਆ ਤੇ ਜਿੰਨੀ ਕਿ ਸਾਡੀ ਪਹੁੰਚ ਆ, ਅਸੀਂ ਕੰਮਕਾਜ ਲੱਗੇ ਹੋਏ ਆ। ਕੋਈ ਕੀ ਕਹਿੰਦਾ ਇਹਦੇ ਨਾਲ ਸਾਡਾ ਸੰਬੰਧ ਕੋਈ ਨਹੀਂਗਾ। ਤੇ ਜੇਕਰ ਕੋਈ ਕੁਝ ਵੀ ਕਹਿੰਦਾ ਭਾਈ ਉਹ ਸਾਡੇ ਤੋਂ ਵੱਧ ਕੰਮ ਕਰ ਲਵੇ, ਸਾਨੂੰ ਇਸ ਗੱਲ ਦੀ ਖੁਸ਼ੀ ਹੋਊਗੀ। ਦੇਖੋ, ਸਭ ਤੋਂ ਵੱਡੀ ਚੀਜ਼ ਤਾਂ ਇਹ ਟਾਣਾ ਸਾਹਿਬ ਕਿ ਇਹੋ ਜਿਹੀਆਂ ਸੰਸਥਾਵਾਂ, ਮੈਂ ਕੱਲੀ ਖਾਲਸਾ ਏਡ ਦੀ ਗੱਲ ਨਹੀਂ ਇੱਥੇ ਕਰ ਰਹੀ, ਇੱਥੇ ਬਾਕੀ ਵੀ ਸੰਸਥਾਵਾਂ ਦੀ ਗੱਲ ਕਰ ਰਹੀ ਹਾਂ ਜਿਹੜੇ ਵਾਕਈ ਲੋਕਾਂ ਦੇ ਲਈ ਕੰਮ ਕਰਦੇ ਨੇ। ਇਹੋ ਜਿਹੀਆਂ ਸੰਸਥਾਵਾਂ ਦਾ ਤਾਂ ਹੌਸਲਾ ਵਧਾਉਣਾ ਚਾਹੀਦਾ ਤਾਂ ਜੋ ਹੋਰ ਲੋਕ ਜਿਹੜੇ ਨੇ ਉਹ ਅੱਗੇ ਆਉਣ ਤੇ ਉਹ ਇਹਨਾਂ ਸੰਸਥਾਵਾਂ ਦੇ ਨਾਲ ਜੁੜਨ ਤੇ ਉਹ ਲੋਕਾਂ ਦੀ ਸੇਵਾ ਦਾ ਕੰਮ ਕਰਨ, ਹਨਾ। ਜੇ ਅਸੀਂ ਉਹਨਾਂ ਦਾ ਹੌਸਲਾ ਤੋੜਾਂਗੇ ਤਾਂ ਹੋਰ ਕੋਈ ਕਿਵੇਂ ਹੌਸਲਾ ਕਰੂਗਾ ਇਹੋ ਜਿਹੇ ਕੰਮ ਕਰਨ ਦਾ, ਹਨਾ। ਸੋ ਇਸ ਲਈ ਇਹ ਤਾਂ ਚਾਹੀਦਾ ਕਿ ਇਹਨਾਂ ਨੂੰ ਥੋੜਾ ਜਿਹਾ ਇਹਨਾਂ ਦੀ ਹੌਸਲਾ ਅਫਜ਼ਾਈ ਹੋਵੇ, ਨਾ ਕਿ ਇਹਨਾਂ ਦੇ ਹੌਸਲੇ ਢੇਰੀ ਕੀਤੇ ਜਾਣ। ਮੇਰਾ ਨਾ ਇੱਕ ਦੋਸਤ ਆ, ਉਹ ਬਾਹਰੋਂ ਆ ਕੇ ਨਾ ਆਪਦੇ ਪਿੰਡ ਦੇ ਵਿੱਚ ਕੁਝ ਕੁ ਸਮਾਜ ਸੇਵੀ ਕੰਮ ਕਰਦਾ ਵੀ ਕਦੇ 2 ਲੱਖ ਰੁਪਇਆ ਲਾਤਾ, ਕਦੇ 5 ਲੱਖ ਲਾਤਾ, ਕਦੇ 50,000 ਲਾਤਾ, ਜਿੰਨੀ ਕੋਈ ਪੁੱਜਤ ਹੁੰਦੀ ਉਹਨਾਂ ਕਰਦਾ। ਉਹ ਕਹਿੰਦਾ ਪਰ ਅੱਜ ਦੀ ਤਰੀਕ ਦੇ ਵਿੱਚ ਇੱਥੇ ਆ ਕੇ ਲੋਕਾਂ ਦੇ ਲਈ ਕੰਮ ਕਰਨਾ ਸਭ ਤੋਂ ਵੱਡੀ ਚੁਣੌਤੀ ਵਾਲਾ ਮਸਲਾ, ਕਿਉਂਕਿ ਲੋਕਾਂ ਲਈ ਜਿਨ੍ਹਾਂ ਲਈ ਕੰਮ ਕੀਤਾ ਉਹ ਵੀ ਨਹੀਂ ਖੁਸ਼ ਹੋਣੇ ਜੀ, ਤੇ ਜਿਹੜੇ ਉਹਨਾਂ ਲੋਕਾਂ ਦੇ ਸ਼ਰੀਕ ਉਸੇ ਪਿੰਡ ਦੇ ਵਿੱਚ ਆ ਉਹਨਾਂ ਨੇ ਤੁਹਾਡਾ ਵਿਰੋਧ ਕਰਨਾ ਵੀ ਲੈ ਇਹ ਇਧਰਲੇ ਪਾਸੇ ਆ ਗਿਆ। ਕਹਿੰਦਾ ਇੱਕ ਵਾਰੀ ਮੇਰੇ ਉੱਤੇ ਵੀ ਸਵਾਲ ਉੱਠ ਖੜੇ, ਲੈ ਵੀ ਇਹਨੂੰ ਕੋਈ ਲਾਲਚ ਹੋਊਗਾ ਤਾਂ ਐ ਕਰਦਾ, ਇਹਨਾਂ ਨੇ ਫਲਾਣਿਆਂ ਦੀ ਗਲੀ ਪੱਕੀ ਕਰਵਾਤੀ ਆ, ਇਹਨੇ ਫਲਾਣਿਆਂ ਦੀਆਂ ਕੁੜੀਆਂ ਦਾ ਵਿਆਹ ਕਰਵਾਉਂਦਾ, ਇਹ ਇੱਥੇ ਆ ਕੇ ਆਪਦੀ ਬੱਲੇ ਬੱਲੇ ਕਰਵਾਉਂਦਾ, ਇਹਦਾ ਕੋਈ ਨਿੱਜੀ ਤੌਰ ਦੇ ਉੱਤੇ ਗਰਜ ਹੋਣੀ ਆ, ਇਹ ਜੀ ਹੋ ਸਕਦਾ ਕੱਲ ਨੂੰ ਸਰਪੰਚ ਆਪਦੀ ਪਸੰਦ ਦਾ ਬਣਾਉਣਾ ਚਾਹਵੇ। ਕਹਿੰਦਾ ਮੈਂ ਇੱਕ ਦਿਨ ਉਹਨਾਂ ਸਾਰਿਆਂ ਨੂੰ ਇਕੱਠੇ ਕਰ ਲਿਆ, ਮੈਂ ਉਹਨਾਂ ਨੂੰ ਕਿਹਾ ਜੀ ਤੁਹਾਡਾ ਸਰਪੰਚ ਤੁਹਾਨੂੰ ਮੁਬਾਰਕ,
ਤੁਹਾਡੀ ਲੰਬੜਦਾਰੀ ਤੁਹਾਨੂੰ ਮੁਬਾਰਕ, ਤੁਹਾਡੀ ਬੱਲੇ ਬੱਲੇ ਤੁਹਾਨੂੰ ਮੁਬਾਰਕ, ਤੁਹਾਡੀਆਂ ਪ੍ਰਧਾਨਗੀਆਂ ਤੁਹਾਨੂੰ ਮੁਬਾਰਕ। ਮੈਨੂੰ ਤੁਸੀਂ ਕਹਿੰਦੇ ਵੀ ਇਹ ਇੱਥੇ ਆ ਕੇ ਪੰਚਾਇਤ ਦੇ ਕੰਮ 'ਚ ਕੱਲ ਨੂੰ ਦਖਲ ਦੇਊਗਾ, ਸਰਪੰਚ ਆਪਦਾ ਬਣਾ ਲੂਗਾ, ਇਹ ਤਾਂ ਐ ਕਰਦਾ। ਤੁਸੀਂ ਤਾਂ ਬਣੇ ਹੋਏ ਹੋ, ਤੁਸੀਂ ਕੀ ਕੀਤਾ ਇਹ ਦੱਸ ਦਿਓ। ਜੀ ਬਿਲਕੁਲ। ਤੁਹਾਡਾ ਇੱਕ ਸੋਚ ਇਹ ਵੀ ਹੋਊਗੀ ਵੀ ਭਾਈ ਅਗਲੇ ਸਾਲ ਵੀ ਬਣੀਏ, ਤੁਸੀਂ ਹੁਣ ਤੱਕ ਕੀ ਕੀਤਾ ਇਹ ਦੱਸ ਦਿਓ। ਮੇਰਾ ਕੋਈ ਤਾਲੁਕ ਨਹੀਂ ਇਸ ਗੱਲ ਦੇ ਨਾਲ। ਜਿਹਨੂੰ ਮਰਜ਼ੀ ਬਣਾਓ, ਜਿਹਨੂੰ ਮਰਜ਼ੀ ਨਾ ਬਣਾਓ, ਉਹ ਕਹਿੰਦਾ ਮੈਂ ਕਦੇ ਕਦੇ ਨਾ ਦੁਖੀ ਹੁੰਨਾ ਵੀ ਯਾਰ ਮੈਂ ਕਿਉਂ ਪੈਸੇ ਲਾਉਣਾ, ਪਰ ਫਿਰ ਵੀ ਮੈਂ ਸੋਚਦਾ ਨਹੀਂ ਯਾਰ, ਪਿੰਡ ਦੀ ਗੱਲ ਆ, ਪਿੰਡ ਦੇ ਲੋਕਾਂ ਦੀ ਗੱਲ ਆ, ਮਿੱਟੀ ਦੀ ਗੱਲ ਆ, ਇਹ ਕੰਮ ਮੈਨੂੰ ਕਰਨਾ ਚਾਹੀਦਾ। ਨੁਕਸ ਕੱਢਣਾ ਸਾਡਾ ਤਾਂ ਹੱਕ ਹੀ ਬਣ ਗਿਆ ਹੈ ਨਾ। ਅਸੀਂ ਫਟ ਕਿਸੇ 'ਚ ਵੀ ਨੁਕਸ ਕੱਢ ਦਿੰਨੇ ਆ। ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਲੰਬੜਦਾਰੀਆਂ ਦਾ ਕਰਕੇ, ਪ੍ਰਧਾਨਗੀਆਂ ਦਾ ਕਰਕੇ, ਬੱਲੇ ਬੱਲੇ ਦਾ ਕਰਕੇ ਕੋਈ ਸ਼ਖਸ ਇਹ ਸਾਰਾ ਕੁਝ ਕਰ ਰਿਹਾ, ਉਹ ਆਪ ਕਰ ਲੈਣ। ਫਿਰ ਜਿਹੜੀ ਬੱਲੇ ਬੱਲੇ ਉਸ ਸ਼ਖਸ ਦੀ ਹੋਣੀ ਹੈ ਸਾਰਾ ਸਮਾਜ ਭਲਾਈ ਦਾ ਕੰਮ ਕਰਕੇ, ਉਹ ਬੱਲੇ ਬੱਲੇ ਤੁਸੀਂ ਆਪਣੀ ਕਰਵਾ ਲਓ। ਤੁਸੀਂ ਨਾ ਇਹ ਦੇਖੋ, ਮੰਨ ਲਓ ਕਿਸੇ ਥਾਂ ਦੇ ਉੱਤੇ ਨਾ ਗਲੀ ਬਣਾਈ ਜਾ ਰਹੀ ਹੈ, ਕਿਸੇ ਥਾਂ ਦੇ ਉੱਤੇ ਕੋਈ ਇਮਾਰਤ ਦੀ ਨੀਂਹ ਰੱਖੀ ਜਾ ਰਹੀ ਹੈ, ਤੇ ਲੋਕ ਇਹ ਸਾਰਾ ਕੰਮ ਕਾਜ ਕਰ ਰਹੇ ਆ, ਤੇ ਕੋਲੇ ਖੜੇ ਨਾ ਕੁਝ ਕੜਮ ਚੌਧਰੀ ਜੈ ਕਰੀ ਜਾਣਗੇ ਨਾ ਐ ਲਾਓ ਨਾ। ਜੇ ਗੱਲ ਫੇਰ ਬਣਦੀ ਹੈ ਵੀ ਤੇਰੇ ਹੱਥਾਂ ਨੂੰ ਮਹਿੰਦੀ ਲੱਗੀ, ਤੂੰ ਲਾ ਦੇ। ਫਿਰ ਤੂੰ ਕਿਉਂ ਨਹੀਂ ਲਾਉਂਦਾਗਾ? ਤੂੰ ਐ ਖੜਾ ਨਿਰਦੇਸ਼ ਹੀ ਦੇਈ ਜਾਂਦਾ, ਤੁਸੀਂ ਐ ਕਰੋ, ਐ ਨਹੀਂ ਹੁੰਦਾ, ਗੱਲ ਐ ਹੁੰਦੀ ਆ ਐ, ਤੇ ਇਹਨਾਂ ਨੂੰ ਬਾਹਰ ਕੱਢ ਲੈ, ਬਿਲਡਿੰਗ ਕੀਤੇ ਇੱਥੇ। ਸਹੀ ਹੈ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ। ਟਾਣਾ ਸਾਹਿਬ ਕਹਿੰਦੇ ਸੁਨੀਲ ਜਾਖੜ ਹੋਰਾਂ ਦੇ ਸਾਥੀਆਂ ਨੇ ਬੂਟਾਂ ਦੇ ਫੀਤੇ ਬੰਨ ਲਏ ਨੇ। ਬਿਲਕੁਲ ਜੀ ਬਿਲਕੁਲ, ਬੂਟਾਂ ਦੇ ਫੀਤੇ ਬੰਨ ਲਏ ਉਹਨਾਂ ਨੇ। ਤੇ ਇਹ ਚ ਐਡੀ ਖਬਰ ਵਾਲੀ ਕਿਹੜੀ ਗੱਲ ਸੀ? ਕਿਉਂ? ਬੂਟਾਂ ਦੇ ਫੀਤੇ ਤਾਂ ਤੁਸੀਂ ਵੀ ਬੰਨੇ ਨੇ। ਨਹੀਂ, ਪਰ ਮੈਂ ਕੋਈ ਸੁਨੀਲ ਜਾਖੜ ਸਾਹਿਬ ਦਾ ਸਾਥੀ ਥੋੜੀ ਆ। ਨਹੀਂ ਤਾਂ ਹੀ ਤਾਂ ਮੈਂ ਕਿਹਾ ਵੀ ਇਹ ਚ ਖਬਰ ਵਾਲੀ ਕਿਹੜੀ ਗੱਲ ਸੀ ਵੀ ਤੁਸੀਂ ਵੀ ਬੰਨੇ ਨੇ। ਕਈ ਗੱਲਾਂ ਉਦਾਹਰਣੀ ਤੌਰ ਤੇ ਵੀ ਹੁੰਦੀਆਂ। ਅੱਛਾ ਜੀ। ਇਹ ਤੇਰੇ ਕਜਰਾਰੇ ਨੈਣਾ, ਆਏ ਹਾਏ ਹਾਏ, ਹਾਂ ਇਹ ਕਜਰਾਰੇ ਨੈਣਾ ਕਿਵੇਂ ਹੁੰਦੇ ਭਲਾ? ਜਿਨ੍ਹਾਂ ਦੇ ਵਿੱਚ ਉਹ ਪਾਇਆ ਹੁੰਦਾ ਸੁਰਮਾ। ਸੁਰਮਾ ਤੇ ਹਰ ਕਿਸੇ ਨੇ ਪਾਇਆ ਹੁੰਦਾ ਜਿਹਨੂੰ ਮੜ ਜਾ ਤੜਿਆਉਣਾ ਹੋਵੇ, ਕਹਿੰਦੇ ਤੇਰੇ ਕਜਰਾਰੇ ਨੈਣਾ, ਤੇ ਭਾਵੇਂ ਐਡੀ ਗਿੱਡ ਪਈ ਹੋਵੇ ਵਿੱਚ। ਹੈਲੋ, ਹਾਂ ਇਹ ਜ਼ਿਆਦਾ ਹੋ ਗਿਆ। ਜਦੋਂ ਕਦੀ ਇਹ ਝੀਲ ਸੀ ਨੀਲੀ ਆਂਖੇ, ਕਦੇ ਦੇਖਿਆ ਵੀ ਕਿਸੇ ਦੀਆਂ ਨੀਲੀਆਂ ਅੱਖਾਂ ਹੋਣ? ਨੀਲੀਆਂ ਅੱਖਾਂ ਲੈਂਸ ਪਾ ਕੇ ਹੁੰਦਾ। ਨਹੀਂ ਕਈ ਮੁਲਕ ਦੇ ਵਿੱਚ ਲੋਕ ਇਹੋ ਕਈ ਮੁਲਕ ਚ ਜਿਨ੍ਹਾਂ ਦੇ ਮੁਲਕ ਦੇ ਵਿੱਚ ਗਾਣੇ ਬਣੇ ਉੱਥੇ ਕਦੇ ਹੋਈਆਂ? ਇਹ ਤੂੰ ਹਿਰਨੀ ਜੈਸੀ ਚਲਤੀ ਹੋ, ਤੇ ਕਦੇ ਹਿਰਨੀ ਵਾਂਗੂ ਤੁਰੀ ਹੈ ਕੋਈ? ਆ ਤਾਂ ਕੋਈ ਗੱਲ ਨਹੀਂ ਹੋਈ। ਉਦਾਹਰਨਾਂ ਦੀਆਂ ਗੱਲਾਂ। ਹਾਂ ਇਹ ਕਿੱਥੋਂ ਸਿੱਖ ਕੇ ਆਏ ਹੋ ਅੱਜ? ਹਾਂ, ਇਹ ਉਦਾਹਰਨ ਨਹੀਂ ਹੁੰਦਾ, ਇਹ ਤਸ਼ਬੀਹਾਂ ਹੁੰਦੀਆਂ। ਹਾਂ ਤੇ ਤਾਂ ਹੀ ਇਹ ਵਿਸ਼ੇਸ਼ਣ ਹੁੰਦੇ ਆ। ਤਾਂ ਹੀ ਪੁੱਛ ਰਹੀ ਆ ਕਿ ਆ ਕਿਹੜੀ ਗੱਲ ਹੈ। ਆਪਾਂ ਜਦੋਂ ਕਹਿੰਦੇ ਆ ਵੀ ਭਾਈ ਇਹਦਾ ਅੱਡੀਆਂ ਨੂੰ ਥੁੱਕ ਲਾਈ ਫਿਰਦਾ, ਇਹਦਾ ਮਤਲਬ ਹੁੰਦਾ ਭੱਜਣ ਨੂੰ ਤਿਆਰ ਆ, ਜਾਂ ਭੱਜਿਆ ਫਿਰਦਾ, ਐ ਕੱਢ ਕੇ ਅੱਡੀਆਂ ਨੂੰ ਥੋੜੀ ਲਾ ਲੈਂਦਾ ਉਹ। ਜੀ ਜੇ ਵਿਆਖਿਆ ਮੁੱਕ ਗਈ ਹੋਵੇ ਤੇ ਉਦਾਹਰਣੀ ਗੱਲਾਂ। ਖਬਰ ਵੱਲ ਨੂੰ ਸੁਨੀਲ ਜਾਖੜ ਦੇ ਸਾਥੀਆਂ ਨੇ, ਪੁਰਾਣੇ ਸਾਥੀਆਂ ਨੇ, ਹਾਂਜੀ ਕਾਂਗਰਸ ਦੇ ਵਿੱਚ ਬੈਠੇ ਹੋਏ ਪੁਰਾਣੇ ਸਾਥੀਆਂ ਨੇ ਬੂਟਾਂ ਦੇ ਫੀਤੇ ਬੰਨ ਲਏ। ਕਹਿੰਦੇ ਕਿਉਂ? ਇਹਦਾ ਮਤਲਬ ਇਹ ਨਹੀਂ ਕਿ ਉਹ ਰਾਸ਼ਟਰ ਮੰਡਲ 'ਚ ਚੱਲੇ ਆ। ਇਹਦਾ ਮਤਲਬ ਇਹ ਨਹੀਂ ਕਿ 올림픽 'ਚ ਦੌੜਨਗੇ। ਇਹਦਾ ਮਤਲਬ ਇਹ ਆ ਵੀ ਚੋਣਾਂ ਜਦੋਂ ਸਿਰ ਤੇ ਆਈਆਂ, ਉਹਨਾਂ ਨੇ ਬੂਟਾਂ ਦੇ ਫੀਤੇ ਬੰਨ ਲਏ ਆ, ਤੇ ਵੀ ਭੱਜ ਕੇ ਅਸੀਂ ਬੀਜੇਪੀ ਦੇ ਵਿੱਚ ਵੀ ਆ ਜਾਈਏ। ਹਾਂਜੀ ਹਾਂਜੀ, ਮਤਲਬ ਕਿ ਜਿਹੜੇ ਰਹਿ ਗਏ ਸਾਥੀ ਨੇ ਉਹ ਵੀ ਹੁਣ ਬੀਜੇਪੀ 'ਚ ਜਾਣਗੇ। ਵੈਸੇ ਤਾਂ ਰਹਿ ਹੀ ਕਿੰਨੇ ਕੁ ਗਏ, ਇਹ ਵੀ ਪਰ ਜਿਹੜੇ ਰਹਿ ਗਏ ਆ ਕਹਿੰਦੇ ਉਹ ਵੀ ਤਿਆਰੀ ਖਿੱਚੀ ਬੈਠੇ ਆ ਜੀ। ਕਹਿੰਦੇ ਵੀ ਇਸ ਵੇਲੇ ਬੀਜੇਪੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਈ ਤਰ੍ਹਾਂ ਦੀ ਗੱਲਬਾਤ ਚੱਲਦੀ ਹੈ। ਕੁਝ ਕੁ ਪੁਰਾਣੇ ਟਕਸਾਲੀ ਉਹ ਨਿਰਾਸ਼ਾ ਦੇ ਵਿੱਚ ਵੀ ਆ। ਉਹ ਕਹਿੰਦੇ ਵੀ ਯਾਰ ਗੱਲ ਕੀ ਹੋਈ ਆ, ਵੀ ਸਾਡੇ ਨਾਲ ਤਾਂ ਜੱਗੋਂ ਤੇਰ ਵੀ ਹੋਈ ਜਾਂਦੀ ਆ, ਵੀ 20 ਸਾਲਾਂ ਤੋਂ ਅਸੀਂ ਪਾਰਟੀ ਦੇ ਵਿੱਚ ਆ, ਲੀੜੇ ਸਾਡੇ ਪਾਟੇ ਕਿਸਾਨ ਅੰਦੋਲਨ ਦੇ ਮੌਕੇ, ਬੁਰਾ ਹਾਲ ਸਾਡਾ ਹੁੰਦਾ ਰਿਹਾ, ਸਾਡੇ ਉੱਤੇ ਸਵਾਲ ਦਾਗੇ ਜਾਂਦੇ ਰਹੇ, ਤੇ ਹੁਣ ਜਦੋਂ ਚੋਣਾਂ ਸਿਰ ਦੇ ਉੱਤੇ ਆਈਆਂ ਤੇ ਕਾਂਗਰਸ ਦੇ ਵਿੱਚੋਂ ਬੀਜੇਪੀ ਦੇ ਵਿੱਚ ਆਇਆਂ ਨੂੰ ਲੰਬੜਦਾਰੀਆਂ ਮਿਲੀ ਜਾਂਦੀਆਂ। ਤੇ ਇਹ ਕੱਲੀ ਬੀਜੇਪੀ ਦੀ ਜਾਂ ਕੱਲੀ ਕਾਂਗਰਸ ਦੀ ਗੱਲ ਥੋੜੀ ਹੈ, ਜਿਹੜੀ ਮਰਜ਼ੀ ਪਾਰਟੀ ਦੀ ਗੱਲ ਕਰ ਲਓ ਤੁਸੀਂ। ਅੱਜ ਕੱਲ ਤਾਂ, ਔਰ ਕੱਲੇ ਪੰਜਾਬ ਦੀ ਗੱਲ ਵੀ ਨਹੀਂ ਹੈ ਟਾਣਾ ਸਾਹਿਬ, ਪੂਰੇ ਭਾਰਤ ਦੀ ਗੱਲ ਕਰ ਲਓ ਤੁਸੀਂ। ਅੱਜ ਕੱਲ ਤਾਂ ਇਹ ਖਬਰਾਂ ਆਮ ਹੀ ਹੋ ਗਈਆਂ ਵੀ ਕੁਝ ਘੰਟਿਆਂ ਪਹਿਲਾਂ ਕਿਸੇ ਪਾਰਟੀ ਚੋਂ ਦੂਜੀ ਪਾਰਟੀ 'ਚ ਆਏ ਤੇ ਉੱਥੇ ਬਹੁਤ ਵੱਡੀ ਜ਼ਿੰਮੇਵਾਰੀ ਦੇ ਦਿੱਤੀ। ਪਰ ਨਾ ਕਾਂਗਰਸ ਦੇ ਕੁਝ ਕੁ ਨੇਤਾ ਐਸੇ ਆ ਜਿਹੜੇ ਕਿ ਸੁਨੀਲ ਜਾਖੜ ਜਾਂ ਬੀਜੇਪੀ ਨੇਤਾਵਾਂ ਦੇ ਸੰਪਰਕ 'ਚ ਆ। ਉਹ ਕਹਿੰਦੇ ਵੀ ਜੇ ਕਿਤੇ ਪੰਜਾਬ ਦੇ ਵਿੱਚ ਸੀਟਾਂ ਦੀ ਵੰਡ ਦੇ ਮਾਮਲੇ ਦੇ ਉੱਤੇ ਗੱਲਬਾਤ ਸਿਰੇ ਲੱਗਣ ਲੱਗ ਪਈ, ਜਿਵੇਂ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਦੀਆਂ ਖਬਰਾਂ, ਜਿਵੇਂ ਕਿ ਕਹਿੰਦੇ ਵੀ ਜੇ ਸੀਟਾਂ ਦੀ ਵੰਡ ਦੇ ਉੱਤੇ ਵੀ ਗੱਲ ਆ ਗਈ ਵੀ ਭਾਈ ਇੰਨੀਆਂ ਕੁ ਸੀਟਾਂ ਦੇ ਉੱਤੇ ਚੋਣ ਤੁਸੀਂ ਲੜ ਲਓ, ਇੰਨੀਆਂ ਕੁ ਤੇ ਅਸੀਂ ਲੜ ਲਾਂਗੇ, ਤੇ ਫਿਰ ਜਿਹੜੇ ਕਾਂਗਰਸ ਦੇ ਵਿੱਚ ਬੈਠੇ ਆ ਜਿਨ੍ਹਾਂ ਨੂੰ ਇਹ ਲੱਗਦਾ ਵੀ ਸਾਡੇ ਵਾਲਾ ਕੰਮ ਤਾਂ ਆਪ ਵਾਲੇ ਕਰ ਜਾਣਗੇ, ਤੇ ਫਿਰ ਉਹ ਮਾਰ ਕੇ ਛੜੱਪਾ ਇੱਧਰ ਬੀਜੇਪੀ 'ਚ ਆ ਜਾਣਗੇ, ਉਹ ਜਾਖੜ ਸਾਹਿਬ ਦੀ ਉਂਗਲ ਫੜ ਲੈਣਗੇ। ਬਸ 2024 ਆਉਣ ਦੀ ਦੇਰੀ ਹੈ ਟਾਣਾ ਸਾਹਿਬ, ਤੁਸੀਂ ਵੇਖੀ ਤਾਂ ਜਾਇਓ ਕਿਹੜਾ ਕਿੱਧਰ ਨੂੰ ਕਿਵੇਂ ਭੱਜਦਾ। ਅੱਡੀਆਂ ਨੂੰ ਥੁੱਕ ਤਾਂ ਉਦੋਂ ਲੱਗਣੀ ਹੈ। ਬਿਲਕੁਲ ਸਹੀ ਗੱਲ ਆ। ਹੁਣ ਗੱਲ ਬਣਦੇ ਹੋ? ਬੰਦੇ ਆ ਵੀ ਬੂਟਾਂ ਦੇ ਫੀਤੇ ਬੰਨੀ ਬੈਠੇ ਆ, ਬੰਨੀ ਬੈਠੇ, ਪਰ ਫੀਤੇ ਕਸੀ ਬੈਠੇ ਆ। ਹਾਂਜੀ, ਗਲਤ ਤਾਂ ਨਹੀਂ ਸੀ? ਬਿਲਕੁਲ ਨਹੀਂ ਸੀ। ਜਰਾਬ ਵੀ ਪਾਈ ਹੋਈ ਆ। ਹਾਂਜੀ, ਵੀ ਕਈ ਵਾਰ ਅੱਡੀ ਤੇ ਛਾਲਾ ਪੈ ਜਾਂਦਾ। ਹਾਂਜੀ, ਕਿਉਂ ਆ? ਅੱਛਾ ਜੀ। ਰਾਜਨੀਤੀ ਦੇ ਵਿੱਚ ਬੜਾ ਕੁਝ ਹੋਣਾ ਬਾਕੀ ਆ। ਹਾਲੇ ਤਾਂ ਪਤਾ ਹੀ ਨਹੀਂ ਵੀ ਕਿਹਨੇ ਕਿੱਧਰ ਛੜੱਪਾ ਮਾਰ ਜਾਣਾ। ਆ ਪਿਛਲੇ ਦਿਨੀ ਖਬਰ ਆ ਗਈ, ਕਹਿੰਦੇ ਮਨਪ੍ਰੀਤ ਸਿੰਘ ਏਆਲੀ ਸਾਹਿਬ ਨੇ ਜਿਹੜੇ
ਉਹ ਆਪ ਦੇ ਵਿੱਚ ਆ ਸਕਦੇ ਆ। ਬੜੀ ਇਹ ਤਾਂ ਇਸ ਖਬਰ ਨੇ ਤਾਂ ਬਹੁਤ ਜ਼ਿਆਦਾ ਵੱਡੀ ਚਰਚਾ ਛੇੜ ਦਿੱਤੀ ਵੀ ਲੈ ਬਈ ਮਤਲਬ ਉਦਾਂ ਹੀ ਗਿਣ ਕੇ ਕੁਸ਼ਕ ਨੇ ਤੇ ਉਹਨਾਂ ਦੇ ਵਿੱਚੋਂ ਵੀ ਉਹ ਜਾਣ ਨੂੰ ਤਿਆਰ ਨੇ। ਤੇ ਕਹਿਣ ਵਾਲੇ ਇਹ ਵੀ ਗੱਲ ਕਹਿੰਦੇ ਵੀ ਜੇ ਉਹ ਆ ਗਏ ਤਾਂ ਲੁਧਿਆਣੇ ਤੋਂ ਹੋ ਸਕਦਾ ਲੋਕ ਸਭਾ ਦੀ ਟਿਕਟ ਵੀ ਲੈ ਜਾਣ, ਤੇ ਜੇ ਉਹ ਲੈ ਗਏ ਤੇ ਜਿਹੜੇ ਉੱਥੇ ਹੀ ਬੈਠੇ ਪਹਿਲਾਂ ਹੀ ਫੀਤੇ ਬੰਨੀ ਉਹਨਾਂ ਦਾ ਕੀ ਬਣੂ? ਇਹ ਅਸਲ 'ਚ ਫੀਤਿਆਂ 'ਚ ਨੁਕਸ ਹੈ, ਫੀਤੇ 'ਚ ਸਮੱਸਿਆ ਇਹ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਜੱਜ ਦਾ ਵਿਚਾਰ ਵੇਖ ਰਹੇ ਹੋ ਤੁਸੀਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਟਾਣਾ ਸਾਹਿਬ, ਹਰਮਨ ਜੀ ਦੇ ਦੋ ਤਿੰਨ ਜਾਣਕਾਰੀਆਂ ਮੈਂ ਇਕੱਠੀਆਂ ਸਾਂਝੀਆਂ ਕਰਨੀਆਂ ਚਾਹੁੰਦਾ ਜੀ। ਕੱਲ ਇੱਕ ਨੈਸ਼ਨਲ ਟੀਵੀ ਚੈਨਲ ਦੇ ਉੱਤੇ ਕੂਨੋ ਪਾਰਕ ਦੇ ਵਿੱਚ ਮਰਦੇ ਚੀਤਿਆਂ ਦੀ ਖਬਰ ਬੜੀ ਵੱਡੀ ਚੱਲੀ। अच्छा जी। ਉਹਦੇ ਵਿੱਚ ਵਾਰ-ਵਾਰ ਇੱਕੋ ਗੱਲ ਕਹੀ गई कि कुछ ही महीनों में 9वां चीता मर गया, इसकी मौत हो गई। चीतों की मौत का कारण ढूंढा जाएगा। ये चीते तो दक्षिणी अफ्रीका से प्रधानमंत्री मोदी साहब लेके आए थे। इन चीतों की मौत के कारणों पर एक रिपोर्ट बननी चाहिए। उन्हें बड़ी लंबी चौड़ी रिपोर्ट तैयार की थी। मैनू भी दुख होया भी यार 9वां चीता भी मर गया, ये मरना नहीं सी चाहिदा। सही क्या बेजुबान आ साडे देश दे विच लिआंदे गए आ। कूनो पार्क मध्य प्रदेश दे विच आ। ਇੱਥੇ ਇਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੀ ਹੈ ਤੇ ਮਿਲਣੀ ਵੀ ਚਾਹੀਦੀ ਸੀ, ਪਰ ਪਤਾ ਨਹੀਂ ਕਿਹੜੇ ਕਾਰਨ ਇੱਕ ਤਾਂ ਆਪਸ ਦੇ ਵਿੱਚ ਲੜਦੇ ਬਹੁਤ ਆ। ਦੂਜਾ ਇਹ ਵੀ ਭਾਈ ਇਹਨਾਂ ਨੂੰ ਹੋ ਸਕਦਾ ਵੀ ਵਾਤਾਵਰਨ ਫਿੱਟ ਨਾ ਬੈਠਾ ਹੋਵੇ। ਤੀਜਾ ਕੋਈ ਰੋਗ ਵੀ ਲੱਗ ਸਕਦਾ, ਪਤਾ ਨਹੀਂ ਕੀ ਕਾਰਨ ਹੋਊਗਾ। ਪਰ ਮੈਂ ਅਗਲੇ ਪਲ ਦੇ ਵਿੱਚ ਇਹ ਸੋਚਿਆ ਵੀ ਚੀਤੇ ਬਾਰੇ ਗੱਲ ਤਾਂ ਚੱਲ ਪਈ, ਜਿਹੜੇ ਨੂਹ ਖੇਤਰ ਦੇ ਵਿੱਚ 6 ਜਣੇ ਮਾਰੇ ਗਏ ਆ, ਇਹਦੇ ਬਾਰੇ ਵੀ ਗੱਲ ਹੋਣੀ ਚਾਹੀਦੀ ਸੀ। ਹਿੰਸਾ ਜਿਸ ਤਰੀਕੇ ਨਾਲ ਉੱਥੇ ਭੜਕੀ ਹੋਈ ਹੈ, ਇਹਦੇ ਬਾਬਤ ਵੀ ਗੱਲ ਹੋਣੀ ਚਾਹੀਦੀ। ਜਿਹੜੇ ਮਣੀਪੁਰ ਦੇ ਵਿੱਚ ਲੋਕ ਮਰੇ ਆ ਤੇ ਜਿਹੜੀਆਂ ਔਰਤਾਂ ਨੂੰ ਨੰਗੀਆਂ ਕਰਕੇ ਘੁਮਾਇਆ, ਯਾਰ ਇਸੇ ਟੀਵੀ ਚੈਨਲ ਤੇ ਇਹਦੀ ਗੱਲ ਵੀ ਹੋਣੀ ਚਾਹੀਦੀ ਸੀ। ਇਹ ਚੀਤੇ ਦੀ ਖਬਰ ਤੋਂ ਘੱਟ ਛੋਟੀ ਗੱਲ ਨਹੀਂ ਗੀ। ਤੇ ਉਹਨਾਂ ਔਰਤਾਂ ਦੇ ਵਿੱਚੋਂ ਇੱਕ ਦੇ ਪਤੀ ਨੇ ਇਹ ਗੱਲ ਕਹੀ ਕਿ ਮੈਂ ਕਾਰਗਿਲ ਯੁੱਧ ਦਾ ਹਿੱਸਾ ਸੀ ਤੇ ਮੈਂ ਦੇਸ਼ ਦੀ ਰੱਖਿਆ ਤਾਂ ਕਰਦਾ ਰਿਹਾ, ਪਰ ਮੈਂ ਆਪਣੀ ਪਤਨੀ ਦੀ ਰੱਖਿਆ ਨਹੀਂ ਕਰ ਸਕਿਆ। ਉਸ ਫੌਜੀ ਦੀ ਇੰਟਰਵਿਊ ਵੀ ਹੋਣੀ ਚਾਹੀਦੀ ਸੀ ਜੀ। ਉਸ ਫੌਜੀ ਦੀ ਗੱਲ ਵੀ ਹੋਣੀ ਚਾਹੀਦੀ ਸੀ, ਪਰ ਇਹ ਰਾਜਨੀਤੀ ਆ। ਉਹ ਜਿਵੇਂ ਰਾਹਤ ਇੰਦੌਰੀ ਸਾਹਿਬ ਦਾ ਸ਼ੇਰ ਹੈ ਨਾ ਜੀ ਕਿ ਸਰਹੱਦ ਪਰ ਤਨਾਵ ਸਾ ਹੈ, ਪਤਾ ਤਾਂ ਕਰੋ ਚੁਣਾਵ ਸਾ ਹੈ। ਵੀ ਚੋਣ ਤਾਂ ਨਹੀਂ ਆਉਣ ਵਾਲੀ ਕਿਤੇ। ਸਹੀ ਕਿਹਾ। ਵੀ ਜਿਹੜੇ ਇਹ ਤਣਾਅ ਜੇ ਬਣੇ ਪਏ ਆ। ਅੱਜ ਤਾਂ ਸਤਿਆਪਾਲ ਮਲਕ ਸਾਹਿਬ ਨੇ ਵੀ ਇਹ ਗੱਲ ਕਹਿਤੀ, ਕਹਿੰਦੇ 2024 ਦੇ ਮੱਦੇਨਜ਼ਰ ਇਹ ਸਾਰਾ ਕੁਝ ਵਾਪਰਿਆ ਤੇ ਹਾਲੇ ਹੋਰ ਕਈ ਥਾਵਾਂ ਤੇ ਵਾਪਰ ਸਕਦਾ। ਉਹ ਇਹ ਵੀ ਗੱਲ ਕਹਿੰਦੇ ਆ, ਪਰ ਭਾਈ ਸਾਰੇ ਲੋਕ ਚੜ੍ਹਦੀ ਕਲਾ ਦੇ ਵਿੱਚ ਰਹਿਣ, ਜ਼ਿੰਦਾਬਾਦ ਰਹਿਣ, ਭਾਰਤ ਜ਼ਿੰਦਾਬਾਦ ਰਵੇ, ਸਾਡਾ ਪੰਜਾਬ ਜ਼ਿੰਦਾਬਾਦ ਰਵੇ, ਸਾਰੇ ਜ਼ਿੰਦਾਬਾਦ ਰਹੋ ਤੇ ਭਾਈ ਆਪਸ ਦੇ ਵਿੱਚ ਲੜਿਓ ਝਗੜਿਓ ਨਾ। ਤੇ ਲੋਕ ਵੀ ਇਸ ਗੱਲ ਨੂੰ ਸੋਚਣ ਤੇ ਇਸ ਗੱਲ ਨੂੰ ਮੰਨਣ ਕਿ ਕੁਛ ਨਹੀਂ ਰੱਖਿਆ ਵਖਰੇਵਿਆਂ ਦੇ ਵਿੱਚ, ਕੁਛ ਨਹੀਂ ਰੱਖਿਆ ਤੂੰ ਮੈਮੇ ਦੇ ਵਿੱਚ, ਕੁਛ ਨਹੀਂ ਰੱਖਿਆ ਇਹ ਊਚ ਨੀਚ ਦੀਆਂ ਗੱਲਾਂ ਦੇ ਵਿੱਚ। ਅਸੀਂ ਸਾਰੇ ਇੱਕ ਹਾਂ ਤੇ ਇਕੱਠੇ ਹੋ ਕੇ ਅੱਗੇ ਵਧੀਏ। ਆਪਾਂ ਜਿਹੜਾ ਇਹ ਪਾੜ ਪਾਇਆ ਜਾ ਰਿਹਾ ਸਾਡੇ ਵਿੱਚ, ਆਪਾਂ ਉਸ ਪਾੜ ਦੀ ਭੇਟ ਨਾ ਚੜੀਏ। ਲੋਕਾਂ ਨੂੰ ਵੀ ਥੋੜਾ ਜਿਹਾ ਸਮਝਣਾ ਚਾਹੀਦਾ। ਬਿਲਕੁਲ ਜੀ। ਤੇ ਅਗਲੀ ਗੱਲ ਇਹ ਆ ਬਈ ਹਰਿਆਣੇ ਦੇ ਛੜਿਆਂ ਨੂੰ ਪੈਨਸ਼ਨ ਲਾ ਕੇ ਤੇ ਪੂਰੀ ਮਹਿਮਾ ਖੱਟਣ ਵਾਲੇ ਜੀ ਤੇ ਬ੍ਰਾਂਡ ਐਂਬੈਸਡਰ ਨੇ ਜਿਹੜੇ ਮਨੋਹਰ ਲਾਲ ਖੱਟੜ ਸਾਹਿਬ, ਉਹਨਾਂ ਨੇ ਇੱਕ ਨਵੀਂ ਗੱਲ ਕੱਢ ਮਾਰੀ ਆ। ਉਹ ਕਹਿੰਦੇ ਵੀ ਦੇਖੋ ਹਰਿਆਣੇ ਦੇ ਵਿੱਚ ਲਗਭਗ 2.25 ਕਰੋੜ ਆਬਾਦੀ ਆ ਲਗਭਗ, ਤੇ ਕਹਿੰਦੇ ਜੀ ਪੁਲਿਸ ਦੀ ਗਿਣਤੀ ਹੈਗੀ ਲਗਭਗ 60,000 ਤੇ ਕੱਲੇ ਬੰਦੇ ਦੀ ਰਾਖੀ ਤਾਂ ਨਾ ਆਰਮੀ ਕਰ ਸਕਦੀ ਹੈ, ਨਾ ਪੁਲਿਸ, ਨਾ ਸਰਕਾਰ। ਇਸ ਕਰਕੇ ਭਾਈ ਆਪੋ ਆਪਣੀ ਜ਼ਿੰਮੇਵਾਰੀ ਵੀ ਸਮਝਣੀ ਚਾਹੀਦੀ ਆ। ਜਿਹੜੇ ਸੂਬੇ ਦਾ ਮੁੱਖ ਮੰਤਰੀ ਆਪ ਇਹ ਗੱਲ ਕਵੇ ਤੇ ਦੂਜੇ ਸੂਬਿਆਂ ਦੇ ਵਿੱਚ ਜੇਕਰ ਹਿੰਸਾ ਵਾਪਰੇ ਤਾਂ ਫਿਰ ਇਹ ਗੱਲ ਕਵੇ ਵੀ ਉੱਥੋਂ ਦੀ ਪੁਲਿਸ ਕੁਝ ਨਹੀਂ ਕਰ ਰਹੀ, ਤੇ ਫਿਰ ਤਾਂ ਭਾਈ ਖੱਟੜ ਸਾਹਿਬ ਨੂੰ ਸੋਚਣਾ ਚਾਹੀਦਾ ਵੀ ਤੁਸੀਂ ਭਰਤੀ ਵੱਧ ਕਰ ਲਓ, ਜਾਂ ਜਿਹੜੇ ਤੁਹਾਡੇ ਨਾਲ ਲੱਗੇ ਅੱਧੇ ਉਹਨਾਂ ਦੇ ਵਿੱਚੋਂ ਲਾ ਕੇ ਉਧਰ ਥਾਣਿਆਂ 'ਚ ਭੇਜ ਦਿਓ। ਲੋਕਾਂ ਦੀ ਰਾਖੀ ਦੀ ਗੱਲ ਕਰਦੇ ਆਪਾਂ, ਆਪਣੀ ਇਕੱਲੇ ਦੀ ਰਾਖੀ ਕਿਉਂ ਕਰਦੇ ਆ? ਸਾਰੇ ਲੋਕਾਂ ਦੀ ਹੀ ਹੋਣੀ ਚਾਹੀਦੀ ਹੈ। ਕਾਨੂੰਨ ਕਿਹਨੇ ਬਣਾਉਣੇ ਨੇ? ਪੂਰੀ ਦੁਨੀਆ ਦੇ ਵਿੱਚ ਕੋਈ ਵੀ ਮੁਲਕ ਇਹੋ ਜਿਹਾ ਨਹੀਂ ਹੈ ਜਿੱਥੇ ਲੋਕਾਂ ਦੇ ਬਰਾਬਰ ਉੱਥੋਂ ਦੀ ਪੁਲਿਸ ਦੀ ਜਾਂ ਉੱਥੋਂ ਦੀ ਆਰਮੀ ਦੀ ਸੰਖਿਆ ਹੋਵੇ। ਟਾਣਾ ਸਾਹਿਬ, ਉੱਥੇ ਨਿਯਮ ਨੇ, ਉੱਥੇ ਕਾਨੂੰਨ ਨੇ, ਉੱਥੇ ਕਾਨੂੰਨ ਜਿਹੜੇ ਸਾਰਿਆਂ ਦੇ ਲਈ ਇੱਕੋ ਜਿਹੇ ਨੇ। ਇਹ ਨਹੀਂ ਕਿ ਜਿਹੜਾ ਕੋਈ ਖਾਸ ਬੰਦਾ ਹੈ, ਖਾਸ ਅਹੁਦੇ ਤੇ, ਉਹਦੇ ਲਈ ਕਾਨੂੰਨ ਵੱਖਰੇ, ਤੇ ਜਿਹੜਾ ਕੋਈ ਆਮ ਬੰਦਾ ਹੈ ਉਹਦੇ ਲਈ ਕਾਨੂੰਨ ਵੱਖਰੇ। ਸੋ ਜੇ ਬਾਕੀ ਮੁਲਕਾਂ ਦੇ ਵਿੱਚ ਸਾਰਾ ਕੁਝ ਹੋ ਸਕਦਾ ਤਾਂ ਸਾਡੇ ਮੁਲਕ ਦੇ ਵਿੱਚ ਕਿਉਂ ਨਹੀਂ? ਬਿਲਕੁਲ ਸਹੀ। ਕਿਸੇ ਵੀ ਸੂਬੇ ਦੇ ਵਿੱਚ ਕਿਉਂ ਨਹੀਂ? ਆਪਾਂ ਇਹ ਗੱਲ ਕਹਿ ਕੇ ਟਾਲਾ ਨਹੀਂ ਵੱਟ ਸਕਦੇ ਕਿ ਪੁਲਿਸ ਕੱਲੇ ਬੰਦੇ ਦੇ ਪਿੱਛੇ ਨਹੀਂ ਲੱਗ ਸਕਦੀ। ਠੀਕ ਹੈ ਤੁਹਾਡੀ ਗੱਲ ਕਿ ਆਪਣੀ ਜ਼ਿੰਮੇਵਾਰੀ ਹਰ ਇੱਕ ਬੰਦੇ ਨੂੰ ਜ਼ਰੂਰ ਸਮਝਣੀ ਚਾਹੀਦੀ ਹੈ, ਪਰ ਸਿਆਣੇ ਕਹਿੰਦੇ ਨੇ ਵੀ ਜੇ ਇੱਕ ਕਾਂ ਟੰਗਿਆ ਹੋਵੇ ਨਾ ਤੇ ਬਾਕੀਆਂ ਨੂੰ ਕੰਨ ਹੋ ਜਾਂਦੇ ਆ ਵੀ ਜੇ ਅਸੀਂ ਕੁਝ ਗਲਤ ਕੀਤਾ ਸਾਡੇ ਨਾਲ ਵੀ ਆਹੀ ਕੁਝ ਹੋਊਗਾ। ਤੁਸੀਂ ਸਖਤੀ ਕਿਉਂ ਨਹੀਂ ਵਰਤਦੇ ਗਲਤ ਕਰਨ ਵਾਲਿਆਂ ਦੇ ਖਿਲਾਫ ਬਈ? ਬਿਲਕੁਲ ਤੁਹਾਡੀ ਗੱਲ ਸਹੀ ਆ। ਤੇ ਇੱਕ ਬੇਨਤੀ ਹੋਰ ਆ ਸਭ ਨੂੰ ਵੀ ਭਾਈ, ਭਾਵੇਂ ਪੰਜਾਬ ਆ ਤੇ ਭਾਵੇਂ ਹਰਿਆਣਾ, ਭਾਵੇਂ ਦਿੱਲੀ ਤੇ ਭਾਵੇਂ ਕੋਈ ਹੋਰ ਸੂਬਾ, 2024 ਦੀਆਂ ਚੋਣਾਂ ਦੇ ਮੱਦੇਨਜ਼ਰ ਆਪਣੇ ਸਿਰ ਤੋਂ ਕੰਮ ਲੈਣਾ ਸ਼ੁਰੂ ਕਰੋ। ਬਿਲਕੁਲ ਸਹੀ। ਕਿਸੇ ਭੀੜ ਦਾ ਹਿੱਸਾ ਨਾ ਬਣੋ ਤੇ ਕਿਸੇ ਵੀ ਕੱਟੜਤਾ ਵਾਲੀ ਜਥੇਬੰਦੀ ਦਾ ਹਿੱਸਾ ਬਿਲਕੁਲ ਨਾ ਬਣੋ। ਧਰਮਾਂ ਨੂੰ ਕਦੇ ਕਿਸੇ ਕਿਸਮ ਦਾ ਖਤਰਾ ਨਹੀਂ ਪੈਦਾ ਹੋਇਆ, ਅੱਜ ਵੀ ਹੈ ਨਹੀਂ। ਜਿਨ੍ਹਾਂ ਨੇ ਧਰਮ ਦਾ ਜ਼ਿਕਰ ਕਰਕੇ ਵੋਟਾਂ ਹਾਸਲ ਕਰਨੀਆਂ, ਉਹਨਾਂ ਦੀ ਹੋਂਦ ਨੂੰ ਖਤਰਾ ਹੋ ਸਕਦਾ।
ਤੇ ਉਹ ਤੁਹਾਨੂੰ ਵਰਤਣਗੇ ਤੇ ਵਰਤ ਰਹੇ ਆ, ਇਸ ਕਰਕੇ ਬਚੋ ਬਚੋ ਬਚੋ। ਜੀ ਬਿਲਕੁਲ ਸਹੀ ਹੈ। ਔਰ ਹੁਣੇ ਤੋਂ ਹੀ ਖਿਆਲ ਕਰਨਾ ਸ਼ੁਰੂ ਕਰੋ ਵੀ ਕਿਹੜਾ ਕਿੱਧਰ ਨੂੰ ਜਾ ਰਿਹਾ ਹੈ, ਕੌਣ ਕੀ ਬਿਆਨ ਦੇ ਰਿਹਾ ਹੈ, ਕੌਣ ਕੀ ਕਰ ਰਿਹਾ ਹੈ ਤੁਹਾਡੇ ਲਈ। ਇਹ ਸਾਰੀਆਂ ਗੱਲਾਂ ਹੁਣੇ ਤੋਂ ਜ਼ਿਹਨ ਦੇ ਵਿੱਚ ਬਿਠਾਉਣੀਆਂ ਪੈਣਗੀਆਂ, ਤਾਂ ਹੀ ਤੁਸੀਂ ਇੱਕ ਚੰਗਾ ਫੈਸਲਾ ਲੈ ਸਕੋਗੇ, ਹੈ ਨਾ। ਬਾਅਦ ਵਿੱਚ ਇਸ ਗੱਲ ਨੂੰ ਕਹੀ ਜਾਣਾ ਕਿ ਕਿਸਮਤ ਹੀ ਖਰਾਬ ਹੈ ਜੀ, ਸਾਰੇ ਹੀ ਇੱਕੋ ਜਿਹੇ ਨੇ ਜੀ, ਆ ਇਦਾਂ ਹੋ ਗਿਆ ਜੀ, ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ। ਬਿਲਕੁਲ ਸਹੀ। ਲਓ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਟਾਣਾ ਸਾਹਿਬ 10,000 ਰੁਪਇਆ ਕਮਾਉਣ ਦਾ ਤੁਹਾਡੇ ਕੋਲ ਮੌਕਾ ਹੈ, ਦਿਓ ਮੈਨੂੰ, ਹੁਣੇ ਦੇ ਦਿਓ। ਪਹਿਲਾਂ ਕੰਮ ਤਾਂ ਕਰੋ, ਸ਼ਰਤ ਤਾਂ ਪੂਰੀ ਕਰੋ, ਫੇਰ ਪੈਸੇ ਦੇਵਾਂਗੇ। ਕਿਹੜੀ? ਇਹ ਤਾਂ ਪੁੱਛਿਆ ਨਹੀਂ, ਪਹਿਲਾਂ ਹੀ ਪੈਸੇ ਹੁਣੇ ਦੇ ਦਿਓ। ਮੈਂ ਹੁਣ 10,000 ਰੁਪਏ ਦੇ 10,000 ਦੀ ਤਾਂ ਮੈਨੂੰ ਲੋੜ ਵੀ ਸੀਗੀ। ਉਹ ਤਾਂ ਵੈਸੇ ਇੱਕ ਤਾਂ ਬਿਜਲੀ ਦਾ ਬਿੱਲ ਆਇਆ ਪਿਆ, ਅੱਛਾ ਜੀ, ਇੱਕ ਮੈਨੂੰ ਇਹ ਵੀ ਮੈਂ ਮੋਟਰਸਾਈਕਲ ਦੀ ਸਰਵਿਸ ਕਰਾ ਲਾਂ ਅੱਜ। ਜੇ ਮੈਨੂੰ 10,000 ਰੁਪਏ ਦੇ ਦਿਓ ਨਾ, ਮੈਂ ਤੁਹਾਨੂੰ 2 ਕਿਸ਼ਤਾਂ 'ਚ ਮੋੜ ਵੀ ਦੇਵਾਂਗਾ। ਚਲੋ ਤੁਹਾਨੂੰ ਦੇ ਦਿਆਂਗੇ 10,000 ਰੁਪਇਆ, ਪਰ ਉਹ ਤਾਂ ਚਲੋ ਉਧਾਰ ਸੁਧਾਰ ਵਾਲੀ ਗੱਲ ਹੋਈ, ਹੈ ਨਾ। ਪਰ ਉਧਰ ਤਾਂ 10,000 ਰੁਪਇਆ ਤੁਸੀਂ ਕਮਾ ਸਕਦੇ ਹੋ ਇੱਕ ਚੰਗੇ ਤਰੀਕੇ ਨਾਲ। ਅੱਛਾ, ਕੋਈ ਕੰਪਨੀ ਦੇ ਰਹੀ ਆ? ਕੰਪਨੀ ਨਹੀਂ, ਇੱਕ ਪਰਿਵਾਰ ਦੇ ਰਿਹਾ। ਪਰਿਵਾਰ ਕਹਿੰਦਾ ਵੀ ਭਾਈ ਜਿਹੜਾ ਬੱਚਾ ਇਮਾਨਦਾਰ ਹੋਵੇ, ਜਿਹੜਾ ਸੁਲੱਗ ਜਾ ਹੋਵੇ, ਜਿਹੜਾ ਘੱਟ ਬੋਲਦਾ ਹੋਵੇ ਤੇ ਸਤਿਕਾਰਤ ਦਾ ਬੱਚਾ ਹੋਵੇ। ਨਹੀਂ ਇੱਕ ਮਿੰਟ, ਸੁਲੱਗ ਤੋਂ ਬਾਅਦ ਜਿਹੜੀ ਗੱਲ ਕਹੀ ਸੀ ਦੁਬਾਰਾ ਤੋਂ ਇੱਕ ਵਾਰੀ। ਵੀ ਜਿਹੜਾ ਘੱਟ ਬੋਲਦਾ ਹੋਵੇ। ਆਪਾਂ ਬਾਹਰ ਆ ਇਹਦੇ ਚੋਂ। ਅੱਛਾ, ਆਪਾਂ ਬਾਹਰ ਉਹਦੇ ਚੋਂ? ਹਾਂ, ਆਪਾਂ ਦੋਵੇਂ ਹੀ ਬਾਹਰ ਆ ਉਹਦੇ ਚੋਂ। ਘੱਟ ਬੋਲਣ ਵਾਲੀ ਗੱਲ ਕਾਹਨੂੰ ਕਹੀ ਜਾਂਦੇ ਹੋ? ਅੱਛਾ ਚਲੋ, ਮੈਨੂੰ ਤਾਂ ਇਹੀ ਲੱਗਦਾ ਨਾ। ਅੱਛਾ ਚਲੋ, ਲੱਗਣ ਨੂੰ ਤਾਂ ਕੁਝ ਵੀ ਲੱਗ ਸਕਦਾ ਟਾਣਾ ਸਾਹਿਬ, ਪਰ 10,000 ਰੁਪਇਆ ਕਮਾ ਸਕਦੇ ਹੋ। ਇੱਕ ਨਿੱਕਾ ਜਿਹਾ ਕੰਮ ਕਰ ਦਿਓ ਤੇ ਬਸ ਕਰ ਦੋਗੇ। ਤੋਤਾ ਲੱਭਣਾ। ਤੋਤਾ ਕੀ ਮੈਂ ਤੁਹਾਨੂੰ ਕੱਲ ਨੂੰ ਲਿਆ ਦਿੰਦਾ? ਉਹ ਨਹੀਂ, ਮਿੱਠੂ ਲੱਭ ਕੇ ਲਿਆਉਣਾ ਹੈ। ਤੇ ਮਿੱਠੂ ਦਾ ਨਾਂ ਰੱਖ ਦੇਣਾ, ਉਹਨੇ ਕਿਹੜਾ ਕਹਿਣਾ ਮੈਂ ਮਿੱਠੂ ਨਹੀਂ, ਮੈਂ ਤਾਂ ਜਗੀਰ ਆ। ਉਹ ਹੈਲੋ, ਇਹ ਕਿਹੜਾ ਤੋਤਾ ਹੈ? ਇਹ ਕਿਹੜਾ ਤੋਤਾ ਹੈ ਵੈਸੇ? ਤੇ ਉਹ ਕਿਹੜਾ ਤੋਤਾ? ਉਹ ਤਾਂ ਤੋਤਾ ਇੱਕ ਪਰਿਵਾਰ ਨੇ ਰੱਖਿਆ ਹੋਇਆ ਸੀ। ਉਹ ਤੋਤੇ ਦਾ ਆਧਾਰ ਕਾਰਡ ਬਣਿਆ? ਨਹੀਂ ਟਾਣਾ ਸਾਹਿਬ, ਇਹ ਜਿਹੜਾ ਤੋਤਾ ਹੈ ਨਾ, ਇਹਦੀ ਪਛਾਣ ਹੈ ਪੂਰੀ ਪਰਿਵਾਰ ਨੂੰ। ਨਹੀਂ, ਪਰਿਵਾਰ ਨੂੰ ਤਾਂ ਹੈਗੀ, ਪੂਰੇ ਦੇਸ਼ ਨੂੰ ਥੋੜੀ ਪਛਾਣ ਆ। ਨਹੀਂ, ਇਹ ਮੱਧ ਪ੍ਰਦੇਸ਼ ਦੇ ਵਿੱਚੋਂ ਖਬਰ ਸਾਹਮਣੇ ਆਈ ਹੈ। ਉੱਥੇ ਕਹਿੰਦੇ ਕਿ ਇੱਕ ਪਰਿਵਾਰ, ਉਹਨਾਂ ਨੇ ਤੋਤਾ ਪਾਲਿਆ ਹੋਇਆ ਸੀ। ਬੜੀ ਚੰਗੀ ਗੱਲ ਆ। ਇਹ ਤੋਤਾ ਹਰ ਰੋਜ਼ ਉਹ ਘਰ ਦੇ ਵਿੱਚ ਜਿਹੜੇ ਵੱਡੇ ਸੀ ਉਹਨਾਂ ਦੇ, ਕਹਿ ਲਓ ਵੀ ਇਸ ਪਰਿਵਾਰ ਦੇ ਡੈਡੀ ਜੀ, ਉਹ ਉਹਨਾਂ ਦੇ ਨਾਲ ਸੈਰ ਤੇ ਜਾਂਦਾ ਹੁੰਦਾ ਸੀ, ਮੋਢੇ ਤੇ ਬਹਿ ਕੇ। ਹਾਂ, ਤੇ ਇੱਕ ਦਿਨ ਕੀ ਹੋਇਆ, ਇਹ ਜਦੋਂ ਸੈਰ ਦੇ ਲਈ ਗਿਆ, ਕਿਉਂਕਿ ਇਹਨੂੰ ਬਾਹਲਾ ਉੱਡਣਾ ਨਹੀਂ ਸੀ ਆਉਂਦਾ, ਹਨਾ, ਸੈਰ ਤੇ ਗਿਆ ਤੇ ਕੁੱਤੇ ਭੌਂਕਣ ਲੱਗ ਗਏ, ਜਿਹਦੇ ਕਰਕੇ ਡਰ ਕੇ ਇਹ ਇੱਕ ਰੁੱਖ ਤੇ ਜਾ ਕੇ ਬਹਿ ਗਿਆ। ਇਹਦੇ 'ਚ ਇੱਕ ਹੋਰ ਗੱਲ ਆ ਗਈ ਆ, ਤਕਨੀਕੀ ਗੱਲ। ਕੁੱਤੇ ਆ ਗਏ ਤੇ ਪੱਕਾ ਇਹ ਕੁੱਤੇ ਸਾਡੇ ਮਹੱਲੇ ਵਾਲੇ ਹੋਣੇ ਆ। ਇਹ ਕੁੱਤੇ ਉੱਥੇ ਵੀ ਪਹੁੰਚ ਗਏ, ਇਹ ਭੌਂਕਣ ਲੱਗ ਗਏ। ਹਾਂ, ਤੇ ਉਹ ਡਰ ਕੇ ਵਿਚਾਰਾ ਇੱਕ ਰੁੱਖ ਤੇ ਜਾ ਕੇ ਬਹਿ ਗਿਆ। ਅੱਛਾ, ਉਸ ਤੋਂ ਬਾਅਦ ਕੀ ਹੋਇਆ, ਕੁੱਤੇ ਭੌਂਕਣੋਂ ਨਹੀਂ ਹਟੇ, ਫਿਰ ਉਹ ਉੱਥੋਂ ਕਿਸੇ ਹੋਰ ਰੁੱਖ ਤੇ ਬਹਿ ਗਿਆ ਤੇ ਉੱਥੋਂ ਤੋਤਾ ਗਵਾਚ ਗਿਆ। ਪਰਿਵਾਰ ਨੇ ਸੋਚਿਆ ਚਲੋ ਥੋੜੀ ਦੇਰ ਬਾਅਦ ਆਪੇ ਉੱਡ ਕੇ ਤਾਂ ਵਾਪਸ ਆ ਜਾਊਗਾ, ਪਰ ਮਿੱਠੂ ਮੁੜਿਆ ਨਹੀਂ। ਹਾਰ ਕੇ ਉਹਨਾਂ ਨੇ ਹੁਣ ਉਹ ਜਿਹੜਾ ਰਿਕਸ਼ੇ ਦੇ ਵਿੱਚ ਵੀ ਸਪੀਕਰ ਲਾ ਕੇ ਤੇ ਸਾਰੇ ਸ਼ਹਿਰ ਦੇ ਵਿੱਚ ਰੌਲਾ ਪਵਾ ਰਹੇ ਨੇ ਵੀ ਮਿੱਠੂ ਲੱਭ ਕੇ ਲਿਆਓ, ਮਿੱਠੂ ਲੱਭ ਕੇ ਲਿਆਓ। ਉਹਨਾਂ ਨੇ ਪਰਚੇ ਛਪਵਾਏ, ਇਸ਼ਤਿਹਾਰ ਛਪਵਾਏ, ਉਹ ਸਾਰੇ ਸ਼ਹਿਰ ਦੀਆਂ ਕੰਧਾਂ ਦੇ ਉੱਪਰ ਲਾਏ ਨੇ ਵੀ ਮਿੱਠੂ ਲੱਭ ਕੇ ਲਿਆਓ, ਮਿੱਠੂ ਲੱਭ ਕੇ ਲਿਆਓ ਤੇ ਇਨਾਮ ਪਾਓ, ਤੇ 10,000 ਰੁਪਇਆ ਇਨਾਮ ਰੱਖਤਾ ਮਿੱਠੂ ਤੇ। ਪਹਿਲੀ ਗੱਲ ਤਾਂ ਇਹਨਾਂ ਨੂੰ ਬੇਨਤੀ ਹੈ ਇਸ ਪਰਿਵਾਰ ਨੂੰ ਵੀ ਤੁਸੀਂ ਇਹਨੂੰ ਉੱਡਣ ਕਿਉਂ ਨਹੀਂ ਦਿੱਤਾ? ਇਹ ਉੱਡਣ ਵਾਲਾ ਪੰਛੀ ਆ, ਇਹਦੇ ਖੰਭ ਲਾਏ ਆ ਕੁਦਰਤ ਨੇ, ਤੁਸੀਂ ਕਿਸੇ ਦੀ ਉਡਾਨ ਨੂੰ ਕਿਵੇਂ ਰੋਕ ਸਕਦੇ ਆ? ਇਹ ਤਾਂ ਗੱਲ ਸਹੀ ਹੈ, ਪਰ ਜਿਹੜੇ ਘਰ ਦੇ ਵਿੱਚ ਰੱਖੇ ਹੁੰਦੇ ਨੇ ਨਾ, ਕਈ ਵਾਰ ਲੋਕ ਉਹਨਾਂ ਦੇ ਖੰਭ ਕੁਤਰ ਦਿੰਦੇ ਨੇ। ਤੇ ਫਿਰ ਕੁਤਰ ਦਿੰਦੇ ਆ ਤੇ ਫਿਰ ਲਓ ਨਜ਼ਾਰੇ। ਹੁਣ ਜੋ 10,000 ਰੁਪਏ ਚੱਕੀ ਫਿਰਦੇ ਆ ਤੇ ਤੁਸੀਂ ਖੰਭ ਕੁਤਰਦੇ ਕਿਉਂ ਆ? ਤੁਹਾਨੂੰ ਹੱਕ ਕੀ ਆ? ਤੁਸੀਂ ਤਾਂ ਕੁਦਰਤ ਦੇ ਨਾਲ ਵੈਸੇ ਹੀ ਖਿਲਵਾੜ ਕਰਦੇ ਹੋ। ਸਹੀ ਕਿਹਾ। ਤੁਸੀਂ ਕਿਸੇ ਨੂੰ ਉਡਾਨ ਭਰਨ ਤੋਂ ਰੋਕਦੇ ਆ, ਨਾ ਕਿਸੇ ਬੰਦੇ ਨੂੰ ਭਰਨ ਦਿੰਦੇ, ਨਾ ਤੋਤੇ ਨੂੰ ਭਰਨ ਦਿੰਦੇ ਆ। ਸਿਆਣੀ ਗੱਲ ਹੈ, ਪਰ ਮਿੱਠੂ ਤਾਂ ਗਵਾਚ ਗਿਆ ਨਾ। ਮਿੱਠੂ ਗਵਾਚ ਗਿਆ। ਜਾਂ ਤਾਂ ਭਾਈ ਮਿੱਠੂ ਨੂੰ ਉਡਾਨ ਭਰਨ ਦੀ ਜਾਚ ਸਿਖਾਉਂਦੇ, ਤੇ ਜਾਂ ਫਿਰ ਹੁਣ ਸਬਰ ਕਰੋ, ਕਿਉਂਕਿ ਮਿੱਠੂ ਜੇ ਹੁਣ ਉੱਥੋਂ ਉੱਡ ਕੇ ਮਾੜਾ ਜਿਹਾ ਗਾਂ ਕਿਤੇ ਹੋਰ ਬਹਿ ਗਿਆ ਜਾ ਕੇ, ਇੰਨੇ ਚੋਂ ਥੱਕ ਗਿਆ, ਅੱਗੋਂ ਇੱਕ ਬਿੱਲੀ ਆ ਗਈ ਤੇ ਉਹਨੇ ਤਾਂ ਚੱਕਤਾ ਹੋਣਾ ਮਿੱਠੂ ਆਉਣ ਸਾਰੀ। ਇਹ ਤੁਸੀਂ ਇਹ ਕਹਾਣੀ ਬਣਾਉਣੀ ਜ਼ਰੂਰੀ ਸੀ, ਤੁਸੀਂ 10,000 ਰੁਪਇਆ ਜਿੱਤ ਸਕਦੇ। ਕਿਉਂ? ਕਿਹੜੀ ਗੱਲ ਸੁਣਾਤੀ ਮੋਰੇ ਦੀ? ਤੇ ਜੇ ਗੱਲ ਸਿਰਫ 10,000 ਰੁਪਇਆ ਕਮਾਉਣ ਦੀ ਆ, ਮੈਂ ਤੁਹਾਨੂੰ ਆਥਣ ਤੱਕ 2 ਮਿੱਠੂ ਲਿਆ ਦਿੰਨਾ। 2-2 250 ਦਾ ਮਿੱਠੂ ਇੱਥੇ ਚੌਂਕ 'ਚ ਵਿਖਦਾ। ਹਾਂ ਠੀਕ ਆ। ਹਾਂ, ਤੇ ਮੈਂ ਮਿੱਠੂ ਲਿਆ ਦਿੰਦਾ, ਗੱਲ ਕੋਈ ਨਹੀਂ। ਪਰ ਮੈਂ ਸੁਣਿਆ ਟਾਣਾ ਸਾਹਿਬ ਕਹਿੰਦੇ ਕਿ ਜਦੋਂ ਕੋਈ ਵੀ ਪੰਛੀ, ਖਾਸ ਤੌਰ ਤੇ ਤੋਤਾ ਘਰ ਦੇ ਵਿੱਚ ਰੱਖਦੇ ਨੇ ਲੋਕ, ਮੈਨੂੰ ਨਹੀਂ ਪਤਾ ਇਹ ਗੱਲ ਸਹੀ ਹੈ ਜਾਂ ਨਹੀਂ ਸਹੀ, ਆਪਣੇ ਪਰਿਵਾਰਕ ਜੀ ਟਿੱਪਣੀਆਂ ਦੇ ਵਿੱਚ ਦੱਸ ਦੇਣਗੇ। ਬਾਅਦ ਚ ਕਹਿੰਦੇ ਜਦੋਂ ਕਿਤੇ ਜੇ ਉੜ ਜਾਵੇ ਤੇ ਜਿਹੜੇ ਬਾਕੀ ਜੰਗਲੀ ਤੋਤੇ ਹੁੰਦੇ ਨੇ ਉਹ ਨਾਲ ਨਹੀਂ ਰਲਾਉਂਦੇ, ਉਹਨੂੰ ਚੁੰਝਾ ਮਾਰ ਕੇ ਮਾਰ ਦਿੰਦੇ ਨੇ। ਵੈਸੇ ਤਾਂ ਹਰਮਨ ਜੀ, ਕਿਤੇ ਵੀ ਬੰਦਾ ਕੋਈ ਵੀ ਜਾਵੇ, ਇਹ ਪਹਿਲੇ 1.5-2 ਮਹੀਨੇ ਤੱਕ ਕਿਤੇ ਵੀ ਕੋਈ ਨਾਲ ਨਹੀਂ ਰਲਾਉਂਦਾ। ਜਦੋਂ ਤੁਸੀਂ ਵੀ ਕਿਸੇ ਦਫ਼ਤਰ 'ਚ ਗਏ ਆ ਤੇ ਤੁਹਾਨੂੰ ਕਿਹੜਾ ਮਹੀਨਾ 1.5 ਮਹੀਨਾ ਕਿਸੇ ਨੇ ਨਾਲ ਰਲਾਇਆ, ਤੇ ਮੈਨੂੰ ਵੀ ਕਿਹੜਾ ਕਿਸੇ ਨੇ ਨਾਲ ਰਲਾਇਆ। ਤੇ ਕਈ ਵਾਰ ਇਹ ਸਮਾਂ ਲੰਬਾ ਵੀ ਹੋ ਜਾਂਦਾ ਹੈ। ਸਾਡਾ ਨਾਂ ਤਾਂ ਮਿੱਠੂ ਵੀ ਹੈ ਨਹੀਂਗਾ। ਆਪਣੇ ਗੰਭਾਂ 'ਚ ਦਮ ਚਾਹੀਦਾ। ਰੈਗਿੰਗ ਕਹਿੰਦੇ ਆ ਨਾ ਅੰਗਰੇਜ਼ੀ ਦੇ ਵਿੱਚ, ਇਹ ਇਕੱਲੇ ਬੰਦਿਆਂ 'ਚ ਨਹੀਂ, ਮਤਲਬ ਤੋਤਿਆਂ 'ਚ ਵੀ ਹੈ। ਤੋਤਿਆਂ 'ਚ ਵੀ ਹੈ, ਬਿਲਕੁਲ। ਨਹੀਂ ਕਹਿੰਦੇ ਉਹਨਾਂ ਨੂੰ ਇਹ ਉਹਦੇ ਤੋਂ ਸਮੈਲ ਆਉਣ ਲੱਗ ਜਾਂਦੀ ਹੈ ਕਿ ਇਹ ਸਾਡੇ ਨਾਲ ਦਾ ਨਹੀਂ ਰਿਹਾ। ਆਪ ਤਾਂ ਅਤਰ ਫਲੇਲੇ ਲਾਲਾ ਨਿਕਲਦੇ ਆ। ਅਤਰ ਨਹੀਂ ਇਤਰ ਹੁੰਦਾ।
ਹਾਂ ਟੈਣਾ ਸਾਹਿਬ ਤੁਸੀਂ ਦੱਸ ਜਾ ਰਹਿਣ ਦਿਓ ਹੈ ਆਪ ਤਾਂ ਪੂਰਾ ਚਨੈਲ ਛਨੂਰ ਵਾਲਾ ਸਮਾਨ ਲਾਉਂਦੇ ਆ। ਕਿਹੜੇ ਵਾਲਾ? ਚਨੈਲ ਵਾਲਾ। ਤੁਹਾਨੂੰ ਵੀ ਪਤਾ? ਪਤਾ ਮੈਨੂੰ। ਹਾਏ ਮੈਂ ਤਾਂ ਕਦੇ ਲਾਇਆ ਨਹੀਂ, ਨਾਂ ਨੂੰ ਤਾਂ ਸੁਣਿਆ ਮੈਂ। ਹਾਂ ਅੱਜ ਕੱਲ ਪੂਰੀ ਜਾਣਕਾਰੀ ਰੱਖਦੇ ਹੋ। ਇੱਕ ਊਦ ਦਾ ਲਾ ਕੇ ਇਤਰ ਫਲੇ ਲਾ, ਫਿਰ ਤੁਸੀਂ ਆਪ ਤਾਂ ਨਿਕਲਦੇ ਆ। ਅੱਛਾ ਜੀ ਹਾਂ ਠੀਕ ਹੈ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ ਅੱਜ ਤਾਂ ਵੀ ਇਸ ਗੱਲ ਨੂੰ ਮੰਨ ਗਿਆ, ਕਿਉਂਕਿ ਵੈਸੇ ਇਹ ਅਰਬਪਤੀ ਆ, ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਪਰ ਇਹਨਾਂ ਦੇ ਪਰਿਵਾਰ ਨੇ ਆਖਿਆ ਵੀ ਤੂੰ ਸੰਘਰਸ਼ ਕਰਨਾ, ਸਕੂਟਰੀ ਚੱਕਿਆ ਕਰ ਤੇ ਚੱਜ ਦਾ ਵਿਚਾਰ ਕਰਕੇ ਆਇਆ ਕਰ। ਆਹ ਕਿਹੜੀ ਗੱਲ? ਤੈਨੂੰ ਪਤਾ ਲੱਗੇ ਵੀ ਦੁਨੀਆ ਦੇ ਵਿੱਚ ਕਿਵੇਂ ਪੈਸਾ ਕਮਾਇਆ ਜਾਂਦਾ। ਟੈਣਾ ਸਾਹਿਬ ਲੱਖਾਂ ਰੁਪਈਆਂ ਦਾ ਕਰਜ਼ਾ ਹੈ ਮੇਰੇ ਤੇ। ਉਹ ਮੈਨੂੰ ਪਤਾ, ਤੁਸੀਂ ਸਾਰੀਆਂ ਗੱਲਾਂ ਐਵੇਂ ਕਰਦੇ ਆ। ਤੁਹਾਡੇ ਇਹਨਾਂ ਨੂੰ ਜੀ ਸਾਹਿਬ ਜੀ ਭਾਈ ਢੋਲਕੀਆ ਦੇ ਵਾਂਗੂ ਇਹਨਾਂ ਦੇ ਪਰਿਵਾਰ ਨੇ ਇਹ ਗੱਲ ਕਹੀ ਵੀ ਗਾਂ ਨਹੀਂ ਗੱਲ ਕੱਢਣੀ, ਤੂੰ ਚੱਜ ਦਾ ਵਿਚਾਰ ਕਰਿਆ ਕਰ, ਰੇਡੀਓ ਤੇ ਕੰਮ ਕਰਿਆ ਕਰ, ਜਿੱਥੋਂ 5-7-10 ਹਜ਼ਾਰ ਆਉਂਦਾ ਵੱਧ ਤੋਂ ਵੱਧ ਸੰਘਰਸ਼ ਕਰਕੇ ਪੈਸੇ ਕਮਾਉਣੇ ਆ, ਤੈਨੂੰ ਪੈਸੇ ਦੀ ਕੀਮਤ ਦਾ ਪਤਾ ਚੱਲੇ। ਤੇ ਇਸੇ ਬਹਾਨੇ ਸਾਡੀ ਕਈਆਂ ਦੀ ਗੱਲਬਾਤ ਚੱਲ ਗਈ। ਮੇਰੇ ਤੇ ਇਸ ਗੱਲ ਤੇ ਵੀ ਹਾਸਾ ਆ ਰਿਹਾ ਡਾਕਟਰ ਸਾਹਿਬ ਵੀ ਹੱਦ ਹੋ ਗਈ ਵੀ ਮੈਂ ਜੇ ਸੱਚੀ ਤੁਹਾਡੇ ਮੂੰਹ 'ਚ ਪਹਿਲਾਂ ਤਾਂ ਘਿਓ ਸ਼ੱਕਰ ਇਦਾਂ ਹੀ ਹੋਵੇ ਹਨਾ ਵੀ ਅਰਬਾਂ ਰੁਪਈਆ ਹੋਵੇ ਕੋਲ, ਪਰ ਗੱਲ ਇਹ ਹੈ ਵੀ ਇਹ ਹੈ ਨਹੀਂ ਗਾ, ਲੱਖਾਂ ਦਾ ਕਰਜ਼ਾ ਹੈ ਉਲਟਾ ਸਿਰ ਦੇ ਉੱਪਰ, ਤੇ ਉਹਦੇ ਲਈ ਹੀ ਦਿਨ ਰਾਤ ਇੱਕ ਕਰਕੇ ਮਿਹਨਤ ਕਰਨੀ ਪੈਂਦੀ ਹੈ। ਗੱਲ ਪਤਾ ਕੀ ਆ, ਜਿਹੜੇ ਪੰਜਾਬ ਦੇ ਕਹਿੰਦੇ ਘਾਉਂਦੇ ਨੇਤਾ ਜਿਨ੍ਹਾਂ ਦੇ ਗਲ ਦੇ ਵਿੱਚ ਨਾ ਪਾਈਆਂ ਦੀਆਂ ਚੇਨੀਆਂ ਪਾਈਆਂ, ਜਿਨ੍ਹਾਂ ਦੇ ਕੋਲੇ 50-50 100 ਏਕੜ ਜ਼ਮੀਨ ਆ, ਜਿਨ੍ਹਾਂ ਦੇ ਕੋਲੇ ਅਰਬਾਂ ਦੀਆਂ ਗੱਡੀਆਂ, ਤੇ ਉਹ ਵੀ ਜਦੋਂ ਭਰਦੇ ਨਾ ਉਹ ਨਾਮਜ਼ਦਗੀ ਕਾਗਜ਼ ਤੇ ਉਹਦੇ ਵਿੱਚ ਲਿਖਿਆ ਹੁੰਦਾ ਕਿ ਮੈਂ ਤਾਂ 23 ਕਰੋੜ ਦਾ ਕਰਜ਼ਦਾਰ ਹਾਂ ਜੀ। ਇਹ ਉਵੇਂ ਆ ਟੈਣਾ ਸਾਹਿਬ, ਮੈਂ ਤਾਂ ਸਧਾਰਨ ਜੀ ਕੁੜੀਆਂ, ਨਾ ਮੇਰੇ ਗੁੱਟ 'ਚ ਸੋਨੇ ਦਾ ਕੜਾ ਤੇ ਨਾ ਮੇਰੇ ਗਲ 'ਚ ਕੋਈ ਚੇਨੀ ਹੈ ਤੇ ਨਾ ਹੀ ਮੈਂ ਨੇਤਾ। ਇਹ ਤਾਂ ਗੱਲ ਸੱਚੀ ਹੈ। ਦੇਖੋ ਤੁਸੀਂ ਮਿਹਨਤੀ ਵੀ ਹੋ, ਸਤਿਕਾਰਤ ਵੀ ਹੋ, ਇਹਦਾ ਮੈਂ ਹਾਸਾ ਠੱਠਾ ਕਰੀ ਜਾਂਦਾ, ਐਵੇਂ ਮਾੜੀ ਮੋਟੀ ਕਦੇ ਮੈਂ ਗੱਲਬਾਤ ਕਰ ਜਾਂਦਾ ਹੈ, ਪਰ ਐਡੀ ਗੱਲ ਹੈ ਹੀ ਨਹੀਂ। ਜੇ ਐਡੀ ਗੱਲ ਹੁੰਦੀ ਤਾਂ ਮੇਰਾ 2200 ਰੁਪਇਆ ਦੇਣਾ ਨੇ ਕਦੋਂ ਦਾ ਮੋੜਿਆ ਨਹੀਂਗਾ। ਠੀਕ ਹੈ ਜੀ, ਸ਼ੁਕਰੀਆ ਯਾਦ ਦਿਵਾਤਾ, ਬਿਲਕੁਲ ਠੀਕ ਹੈ। ਨਹੀਂ ਪਰ ਤੁਸੀਂ ਸਾਬਜੀ ਬਾਈ ਢੋਲਕੀਆ ਦੀ ਗੱਲ ਕਿਉਂ ਕਰਨ ਲੱਗੇ? ਅਸਲ ਵਿੱਚ ਸਾਬਜੀ ਬਾਈ ਢੋਲਕੀਆ ਹੀਰਿਆਂ ਦਾ ਕਾਰੋਬਾਰੀ ਆ, ਅਰਬਪਤੀ ਖਰਬਪਤੀ ਬੰਦਾ, ਤੇ ਇਹਨਾਂ ਦਾ ਨਾਂ ਅਕਸਰ ਸੁਰਖੀਆਂ 'ਚ ਰਹਿੰਦਾ। ਇਹ ਜਦੋਂ ਨਾ ਦੀਵਾਲੀ ਦੇ ਮੌਕੇ ਬੋਨਸ ਦਿੰਦੇ ਆ, ਉਦੋਂ ਬੜੀਆਂ ਤਕੜੀਆਂ ਚੀਜ਼ਾਂ, ਕਿਸੇ ਨੂੰ ਫਲੈਟ ਦਿੱਤਾ, ਕਿਸੇ ਨੂੰ ਕਾਰ ਦਿੱਤੀ ਮਹਿੰਗੀ, ਕਿਸੇ ਨੂੰ ਕੋਈ ਹਾਰ ਹੂਰ ਹੀਰਿਆਂ ਦੇ ਦਿੱਤੇ। ਨਹੀਂ ਇੱਥੇ ਲੋੜ ਨਹੀਂ ਹੈਗੀ ਕਿਸੇ ਕਰਮਚਾਰੀ ਦੀ। ਮੈਂ ਤਾਂ ਉਦਾਂ ਹੀ ਜਵਾਬ ਦੇਣਾ, ਮਾੜਾ ਜਿਹਾ ਕਰਨ ਤਾਂ ਸਹੀ ਫੋਨ, ਮੈਂ ਹਿਸਾਬ ਨਾਲ ਹੀ ਚੱਲ ਜਾ। ਪਰ ਇਹ ਆ ਵੀ ਹੁਣ ਇਹਨਾਂ ਦਾ ਨਾ ਮੁੰਡਾ ਪੁੱਤਾ ਜਿਹੜਾ ਇਹਨਾਂ ਦਾ ਪੁੱਤਾ ਰੂਬਿਨ, ਇਹ ਅਮਰੀਕਾ ਦੇ ਵਿੱਚ MBA ਦੀ ਡਿਗਰੀ ਕਰਕੇ ਆਇਆ। ਅੱਛਾ ਜੀ। ਇਹਨਾਂ ਨੇ ਆਪਦੇ ਪੋਤੇ ਨੂੰ ਜੇ ਚਾਹੁੰਦੇ ਤਾਂ ਇਹ ਗੱਲ ਕਹਿ ਸਕਦੇ ਸੀ ਵੀ ਆਹ ਦਫ਼ਤਰ ਦਾ ਅੱਜ ਤੋਂ ਬਾਅਦ ਮਾਲਕ ਤੂੰ, ਠੀਕ, ਇਹ ਸਾਰੀ ਕੰਪਨੀਆਂ ਜਿਹੜੀ ਇਹਦਾ CEO ਤੂੰ, ਤੈਨੂੰ ਅਸੀਂ ਆਹ ਜ਼ਿੰਮੇਵਾਰੀ ਦਿੱਤੀ, ਆਹ ਲਓ ਜੀ ਲਗਜ਼ਰੀ ਗੱਡੀਆਂ ਤੇ ਆਹ ਚੱਕ ਫਲਾਣਾ ਢਿੰਗੜਾ। ਪਰ ਇਹਨਾਂ ਨੇ ਆਪਦੇ ਪੋਤੇ ਨੂੰ ਜ਼ਿੰਦਗੀ ਦਾ ਸੱਚ ਸਿਖਾਉਣ ਦੇ ਲਈ, ਸੰਘਰਸ਼ ਸਿਖਾਉਣ ਦੇ ਲਈ, ਪੈਸਾ ਕਿਵੇਂ ਕਮਾਈਦਾ, ਲੋਕਾਂ 'ਚ ਕਿਵੇਂ ਵਿਚਰੀਦਾ, ਮਿਹਨਤਕਸ਼ ਲੋਕ ਕਿਵੇਂ ਹੁੰਦੇ ਆ, ਇਹਦੇ ਲਈ ਇਹ ਗੱਲ ਕਹੀ ਵੀ ਤੂੰ ਨਾ 3-4 ਵਰੇ ਕੱਲਾ ਸੰਘਰਸ਼ ਕਰ, ਸਿਰਫ ਸੰਘਰਸ਼ ਕਰ। ਤੇ ਇਹ ਜਿਹੜਾ ਮੁੰਡਾ, ਇਹਨੇ 6000 ਰੁਪਇਆ ਪਾਇਆ ਜੇਬ ਦੇ ਵਿੱਚ ਤੇ ਸੂਰਤ ਤੋਂ ਚੇਨਈ ਚਲਾ ਗਿਆ। ਸਹੀ। ਉੱਥੇ ਜਾ ਕੇ ਫਿਰ ਇਹਨੇ ਮੇਰਾ ਖਿਆਲ ਵੀ 80-90 ਥਾਵਾਂ ਦੇ ਉੱਤੇ ਨੌਕਰੀ ਲਈ ਅਪਲਾਈ ਕੀਤਾ, ਰਿਜੈਕਟ ਕਰਤਾ। ਉਹਨਾਂ ਨੇ ਕਿਹਾ ਮੇਰਾ ਨਾਂ ਨਹੀਂ ਕਿਤੇ ਵਰਤਣਾ, ਤੂੰ ਸਿਰਫ ਇੱਕ ਆਮ ਮੁੰਡਾ ਰੂਬਨ ਨਾਂ ਦਾ ਇੱਕ ਮੁੰਡਾ ਐਂ ਬਣ ਕੇ ਜਾਣਾ, ਐਂ ਹੀ ਨੌਕਰੀ ਕਰਨੀ ਆ। ਫਿਰ ਉੱਥੋਂ ਜੌਬ ਨਹੀਂ ਮਿਲੀ, ਫਿਰ ਇਹ ਜੀ ਇੱਕ ਕੱਪੜੇ ਵਾਲੀ ਦੁਕਾਨ ਤੇ ਲੱਗ ਗਿਆ, ਲੋਕਾਂ ਨੂੰ ਕੱਪੜੇ ਦਿਖਾਉਣੇ, ਤੈਅ ਮਾਰ ਕੇ ਫਿਰ ਥਾਂ ਰੱਖ ਦੇਣਾ ਇਹ। ਫਿਰ ਉਸ ਤੋਂ ਬਾਅਦ ਇੱਕ ਹੋਟਲ ਦੇ ਵਿੱਚ ਵੇਟਰ ਲੱਗ ਗਿਆ। ਫਿਰ ਇਹ ਮਹੀਨਾ ਭਾਰਾ ਜਿਹੜਾ ਕਹਿੰਦੇ ਵੀ ਹੋਸਟਲ ਦੇ ਵਿੱਚ ਰਿਹਾ, ਕਦੇ ਕੋਈ ਨੌਕਰੀ ਕਦੇ ਕੋਈ ਨੌਕਰੀ, ਤੇ ਇਹਨੇ 8600 ਰੁਪਇਆ ਕਮਾਇਆ। ਤੇ ਹੁਣ ਉਸ ਮੁੰਡੇ ਨੇ ਗੱਲ ਕਹੀ ਆ ਵੀ ਮੇਰੇ ਦਾਦੇ ਨੇ ਮੈਨੂੰ ਜ਼ਿੰਦਗੀ ਦਾ ਚੱਜ ਸਿਖਾਇਆ, ਮੇਰੇ ਦਾਦੇ ਨੇ ਮੈਨੂੰ ਦੱਸਿਆ ਵੀ ਜ਼ਿੰਦਗੀ ਦੀ ਤੇ ਮਿਹਨਤ ਦੀ ਕੀਮਤ ਕੀ ਆ ਜੀ। ਉਹ ਕਹਿੰਦਾ ਮੈਨੂੰ 8600 ਰੁਪਇਆ 86 ਅਰਬ ਵਰਗਾ ਲੱਗਦਾ। ਕੀ ਬਾਤ ਹੈ। ਪਤਾ ਲੱਗਾ ਵੀ ਭਾਈ ਪੈਸੇ ਕਮਾਈ ਦੇ ਕਿਵੇਂ ਤੇ ਮੁਲਾਜ਼ਮ ਦੀ ਕਦਰ ਕਿਵੇਂ ਕਰੀਦੀ ਆ, ਬਹੁਤ ਤੇ ਮੁਲਾਜ਼ਮ ਕੀ ਹੁੰਦਾ, ਮੁਲਾਜ਼ਮ ਨੂੰ ਕੀ ਕੀ ਕਰਨਾ ਪੈਂਦਾ, ਤੇ ਮਾਲਕ ਦੇ ਮਨ ਦੇ ਵਿੱਚ ਮੁਲਾਜ਼ਮ ਦੇ ਪ੍ਰਤੀ ਕੀ ਕੀ ਫਰਜ਼ ਹੋਣੇ ਚਾਹੀਦੇ ਆ। ਜੀ ਇਹ ਬਹੁਤ ਜ਼ਰੂਰੀ ਹੈ ਟਾਣਾ ਸਾਹਿਬ, ਇਹ ਬਹੁਤ ਚੰਗਾ ਇੱਕ ਪਾਠ ਪੜਾਇਆ ਗਿਆ। ਤੁਹਾਨੂੰ ਯਾਦ ਹੈ ਜਦੋਂ ਆਪਾਂ ਨਿਊਜ਼ੀਲੈਂਡ ਫੇਰੀ ਦੇ ਉੱਪਰ ਗਏ ਸੀ, ਉਦੋਂ ਵੀ ਇੱਕ ਘਰ ਆਪਾਂ ਦੇਖਿਆ ਸੀ, ਉਹ ਘਰ ਬਹੁਤ ਆਲੀਸ਼ਾਨ ਬਹੁਤ ਵੱਡਾ ਸੀ, ਪਰ ਉਸ ਘਰ ਦੇ ਬਾਹਰ 3 ਨਿੱਕੇ ਬੱਚੇ ਖੜੇ ਸੀ ਸਟ੍ਰਾਬੇਰੀਆਂ ਵੇਚਣ ਦੇ ਲਈ। ਜਦੋਂ ਆਪਾਂ ਪੁੱਛਿਆ ਵੀ ਇਹ ਬੱਚੇ ਇੱਥੇ ਕਿਉਂ ਖੜੇ ਨੇ, ਤਾਂ ਨਾਲ ਦੇ ਘਰ ਵਾਲਿਆਂ ਨੇ ਇਹ ਦੱਸਿਆ ਵੀ ਵੈਸੇ ਤਾਂ ਇਸ ਘਰ ਦਾ ਮਾਲਕ ਬਹੁਤ ਜ਼ਿਆਦਾ ਅਮੀਰ ਹੈ, ਪਰ ਉਹ ਆਪਣੇ ਬੱਚਿਆਂ ਨੂੰ ਪੈਸੇ ਦੀ ਕੀਮਤ ਸਿਖਾਉਣਾ ਚਾਹੁੰਦਾ ਹੈ, ਇਸ ਲਈ ਉਹ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਸਟ੍ਰਾਬੇਰੀਜ਼ ਨੇ ਉਹ ਵੇਚਣ ਦੇ ਲਈ ਇੱਥੇ ਖੜਾ ਕਰ ਦਿੰਦਾ, ਵੀ ਇਹਨਾਂ ਨੂੰ ਪਤਾ ਲੱਗੇ ਪੈਸਾ ਕਿਵੇਂ ਕਮਾਇਆ ਜਾਂਦਾ ਤੇ ਉਸ ਪੈਸੇ ਦੀ ਕੀਮਤ ਕੀ ਹੈ, ਹਨਾ। ਇਹ ਸਭ ਤੋਂ ਜ਼ਿਆਦਾ ਜ਼ਰੂਰੀ ਪਾਠ ਹੈ ਜ਼ਿੰਦਗੀ ਦਾ। ਬਹੁਤ ਸਾਰੇ ਲੋਕ ਜਿਹੜੇ ਨੇ ਜੱਦੀ ਪੁਸ਼ਤੀ ਅਮੀਰ ਹੁੰਦੇ ਨੇ, ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦੇ ਕੋਲ ਜਾਇਦਾਦਾਂ ਹੁੰਦੀਆਂ ਨੇ, ਔਰ ਉਹ ਪੁਰਖਿਆਂ ਦੀ ਮਿਹਨਤ ਦਾ ਨਤੀਜਾ ਹੁੰਦਾ ਹੈ, ਤੇ ਜਦੋਂ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ
ਉਸ ਮਿਹਨਤ ਦੇ ਬਾਰੇ ਚ ਦੱਸਾਂਗੇ ਤਾਂ ਉਹ ਉਹਨੂੰ ਸੰਭਾਲਣਗੀਆਂ, ਨਹੀਂ ਤਾਂ ਉਹਨੂੰ ਸੰਭਾਲਣਗੀਆਂ ਨਹੀਂ। ਇਹ ਤਾਂ ਚਲੋ ਗਵਾਂਢੀ ਵੀ ਚੰਗੇ ਆ, ਨਹੀਂ ਤਾਂ ਜਾ ਕੇ ਬੱਚਿਆਂ ਨੂੰ ਕਹਿੰਦੇ ਵੀ ਪਾਪੇ ਨੂੰ ਬੇਦਖਲੀ ਦਾ ਇਸ਼ਤਿਹਾਰ ਦੇ ਦਿਓ, ਤੁਹਾਡਾ ਪਾਪਾ ਹੈ ਹੀ ਮਾੜਾ, ਇੱਥੇ ਕਿਤੇ ਹੁੰਦਾ ਇਹਨੂੰ ਤਾਂ ਬੁਲਾਉਣਾ ਬੰਦ ਕਹਿ ਕਰ ਦੇਣਾ ਦਿਓ, ਸੀ। ਹਾਂ, ਕਿਤੇ ਹੋਰ ਰਹਿਣ ਲੱਗ ਜਾਓ। ਨਹੀਂ ਆਪਣੇ ਲੋਕ ਤਾਂ ਗੱਲ ਹੀ ਹੋਰ ਕਰਦੇ ਆ ਨਾ, ਵੀ ਆ ਵੇਖ ਲਓ ਇਹਨੇ ਪੈਸਾ ਪਤਾ ਨਹੀਂ ਕਿੱਥੇ ਜਾਣਾ, ਨਿਆਣਿਆਂ ਤੋਂ ਸਟ੍ਰਾਬੇਰੀਆਂ ਵਿਕਵਾਈ ਜਾਂਦਾ। ਹਾਂ। ਵੀ ਅਸੀਂ ਇਹ ਥੋੜੀ ਸੋਚਦੇ ਆ ਵੀ ਉਹ ਬੱਚਿਆਂ ਨੂੰ ਕੁਝ ਸਿਖਾਉਣ ਦੀ ਪੜਾਉਣ ਦੀ ਕੋਸ਼ਿਸ਼ ਕਰ ਰਿਹਾ, ਆਪਾਂ ਗੱਲ ਹੀ ਹੋਰ ਕੱਢ ਮਾਰਦੇ ਆ। ਤੇ ਆਪਾਂ ਕਹਿੰਦੇ ਪਾਪੇ ਕੋਲੇ ਇੰਨੇ ਪੈਸੇ ਦਾ ਫਾਇਦਾ ਕੀ ਜੈਸ਼ ਨੇ ਕੀਤੀ, ਪਾਪਾ ਰਗੜ ਦਿਓ। ਪਾਪਾ ਵਿਚਾਰਾ ਦਿਨ ਰਾਤ ਇੱਕ ਕਰਕੇ ਮਿਹਨਤ ਕਰਦਾ ਤੇ ਆਪਾਂ ਫਟ ਕਹਿ ਦਿੰਦੇ ਆ ਲੈ ਫਲਾਣੇ ਦੇ ਪੁੱਤਾਂ ਐਸ਼ ਹੀ ਕਰਾਂਗੇ। ਸਹੀ ਗੱਲ ਹੈ। ਚਲੋ ਖੈਰ ਆਪਾਂ ਚੱਲੀਏ ਹੁਣ। ਬਿਲਕੁਲ ਜੀ, ਜਾਣਦਾ ਹੋ ਗਿਆ ਜੀ ਵੇਲਾ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਦੇ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।